ਵੈਲਕਮ ਟੂ ਮਾਈ ਚੈਨਲ ਜੋਬ ਨੋਟੀਫਿਕੇਸ਼ਨ ਇੰਡੀਆ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ, ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਤੇ ਅੱਜ ਅਸੀਂ ਲੈ ਕੇ ਆ ਗਏ ਹਾਂ ਜੀ ਮੈਥ ਦਾ ਪ੍ਰੈਕਟਿਸ ਸੈੱਟ। ਠੀਕ ਹੈ ਜੀ, ਜਿਸ ਦੇ ਵਿੱਚ ਅਸੀਂ 15 ਸਵਾਲ ਜਿਹੜੇ ਕਿ ਐਡ ਕੀਤੇ ਹੈਗੇ ਆ। ਠੀਕ ਹੈ ਨਾ, 15 ਸਵਾਲ ਦੇ ਇਸ ਦੇ ਵਿੱਚ ਵੀਡੀਓ 'ਚ ਹੋਣਗੇ। ਤੇ ਇਹ ਬੱਚੇ ਧਿਆਨ ਨਾਲ ਸੁਣ ਲਓ ਵੀ ਜਿਹੜੇ ਇਹ ਸਵਾਲ ਹੈਗੇ ਆ, ਇਹ ਜੋ ਕੱਲ੍ਹ ਪੇਪਰ ਹੋਇਆ 5/8/2023 ਦਾ ਪੰਜਾਬ ਪੁਲਿਸ ਕਾਂਸਟੇਬਲ ਦਾ, ਇਹ ਅਸੀਂ ਸਵਾਲ ਬੱਚਿਆਂ ਤੋਂ ਪੁੱਛ ਗਿੱਛ ਕੇ ਐਨਾਲਿਸਿਸ ਕੀਤਾ ਹੈਗਾ ਆ। ਜਿੰਨਾ ਕੁ ਸਾਡੇ ਤੋਂ ਹੋਇਆ ਹੈਗਾ ਆ, ਉਹੀ ਜਿਹੜੇ ਸਵਾਲ ਅਸੀਂ ਲੈ ਕੇ ਆਏ ਹੈਗੇ ਆ। ਮਤਲਬ ਕਹਿਣ ਦਾ ਭਾਵ ਵੀ ਜਿਹੜਾ ਦਾ ਅੱਗੇ ਪੇਪਰ ਹੈਗਾ ਆ, ਉਹ ਇਸ ਵੀਡੀਓ ਨੂੰ ਜ਼ਰੂਰ ਦੇਖੇ। ਠੀਕ ਹੈ ਜੀ, ਬਹੁਤ ਬੈਨੀਫਿਟ ਹੋਵੇਗਾ ਮੈਥ ਦੇ ਵਿੱਚ। ਠੀਕ ਆ, ਅਗਰ ਮੈਥ ਪੇਪਰ ਦੇ ਵਿੱਚ ਨਹੀਂ ਕਰਦੇ ਤਾਂ ਤੁਹਾਡਾ ਬੇੜਾ ਪਾਰ ਨਹੀਂ ਹੋਣਾ। ਮੈਥ ਬਹੁਤ ਇੰਪੋਰਟੈਂਟ ਹੈਗਾ ਆ। ਠੀਕ ਹੈ ਜੀ, ਇਸ ਲਈ ਮੈਥ 'ਤੇ ਤੁਹਾਡੀ ਪ੍ਰੈਕਟਿਸ ਚਾਹੀਦੀ ਹੈਗੀ। ਜਿਨ੍ਹਾਂ ਦਾ ਮਹੀਨੇ ਬਾਅਦ ਪੇਪਰ ਹੈਗਾ, ਉਹਨਾਂ ਨੂੰ ਬਹੁਤ ਜ਼ਿਆਦਾ ਮੌਕਾ ਹੈਗਾ ਆ। ਅਤੇ ਅੱਗੇ ਜਿਨ੍ਹਾਂ ਦਾ ਸ਼ਿਫਟਾਂ 'ਚ ਆ ਰਿਹਾ ਪੇਪਰ, ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਠੀਕ ਹੈ ਨਾ, ਤੁਹਾਨੂੰ ਬਹੁਤ ਜਿਹੜੀ ਹੈਲਪਫੁਲ ਹੋਵੇਗੀ ਇਹ ਵੀਡੀਓ। ਅਤੇ ਉਮੀਦ ਕਰਦਾ ਹੈਗਾ ਤੁਹਾਨੂੰ ਇਸੇ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈਗੇ ਆ, ਉਹ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ। ਅਤੇ ਜੇ ਹੁਣ ਤੁਸੀਂ ਕਰਨਾ ਕੀ ਹੈਗਾ, ਆਪਣੇ ਨਾਲ ਇੱਕ ਕਾਪੀ ਅਤੇ ਪੈਨ ਲੈ ਲਓ। ਠੀਕ ਹੈ ਜੀ, ਸਵਾਲ ਤੁਸੀਂ ਮੇਰੇ ਤੋਂ ਪਹਿਲਾਂ ਕੱਢਣੇ ਹੈਗੇ ਆ ਅਤੇ ਵੀਡੀਓ ਨੂੰ ਰੋਕ ਲੈਣਾ ਹੈਗਾ। ਜਿਹੜਾ ਸਵਾਲ ਨਹੀਂ ਨਿਕਲਦਾ, ਉਹ ਤੁਸੀਂ ਕੀ ਕਰਨਾ ਹੈਗਾ ਆ, ਉਹ ਵੀਡੀਓ ਚਲਾ ਕੇ ਮੇਰਾ ਸਵਾਲ ਦੇਖ ਲੈਣਾ ਹੈਗਾ। ਠੀਕ ਹੈ ਜੀ, ਜਿਹਨੂੰ ਨਹੀਂ ਸਮਝ ਆਉਂਦਾ ਉਹ ਇੱਕ ਵਾਰੀ ਨਹੀਂ 2 ਵਾਰੀ ਦੇਖੇ। ਠੀਕ ਆ, ਤਾਂ ਉਹਨੂੰ ਆਟੋਮੈਟਿਕਲੀ ਜਿਹੜਾ ਸਵਾਲ ਆ ਉਹ ਸਮਝ ਆ ਜਾਵੇਗਾ। ਮੋਸਟ ਇੰਪੋਰਟੈਂਟ ਸਵਾਲ ਮੈਂ ਲੈ ਕੇ ਆਇਆ ਜਿਹੜੇ ਮੇਨ ਚੈਪਟਰ ਹੈਗੇ ਆ, ਪ੍ਰੋਫਿਟ ਲੋਸ ਪਰਸੈਂਟੇਜ। ਠੀਕ ਆ, ਸਿੰਪਲ ਇੰਟਰਸਟ ਹੋ ਗਿਆ ਹੈ ਨਾ। ਇਹ ਜਿਹੜੇ ਮੇਨ ਜਿੱਦਾਂ ਪਾਰਟਨਰਸ਼ਿਪ ਦਾ ਸਵਾਲ ਆਇਆ ਸੀਗਾ ਕੱਲ੍ਹ ਪੇਪਰ ਦੇ ਵਿੱਚ, ਉਹ ਵੀ ਅਸੀਂ ਲੈ ਕੇ ਆਏ ਹੈਗੇ ਆ। ਅਤੇ ਬਸ ਜੁੜੇ ਰਹੋ ਸਾਡੇ ਨਾਲ ਲਾਸਟ ਤੱਕ। ਅਤੇ ਕਰਦੇ ਹਾਂ ਅੱਜ ਇਸ ਸਵਾਲ ਦੇ ਵਿੱਚ, ਆਪਣੀ ਇਸ ਵੀਡੀਓ ਦੇ ਵਿੱਚ ਆਪਣੇ ਸਵਾਲ ਹੱਲ ਦੇਖਦੇ ਹਾਂ। ਪਹਿਲਾ ਸਵਾਲ ਕੀ ਹੈਗਾ, ਪਹਿਲਾ ਸਵਾਲ ਹੈਗਾ ਜੀ, ਦੇਖੋ ਐਵਰੇਜ ਦਾ ਦਿਖਾਉਂਦਾ ਤੁਹਾਨੂੰ ਮੈਂ। ਦੇਖੋ ਲਿਖੋ। ਠੀਕ ਹੈ, ਪਹਿਲਾਂ ਤੁਸੀਂ ਸਵਾਲ ਕੀ ਕਰਨਾ ਹੈਗਾ, ਆਪਣੀ ਕਾਪੀ ਪੈਨ ਦੇ ਉੱਪਰ ਕੱਢਣਾ ਹੈਗਾ। ਠੀਕ ਹੈ, ਨਹੀਂ ਨਿਕਲਦਾ ਫਿਰ ਤੁਸੀਂ ਮੇਰੀ ਵੀਡੀਓ ਨੂੰ ਦੇਖੋ। ਦੇਖੋ 6 ਸੰਖਿਆ ਦਾ ਐਵਰੇਜ ਯਾਨੀ ਕਿ ਔਸਤ 32 ਹੈਗਾ ਆ। ਠੀਕ ਹੈ ਜੀ, ਲਿਖ ਲਓ। ਜਦੋਂ ਵੀ ਐਵਰੇਜ ਦਾ ਸਵਾਲ ਆਉਂਦਾ ਹੈ, ਜਦੋਂ ਐਵਰੇਜ ਦਿੱਤੀ ਹੋਵੇ ਨੰਬਰਾਂ ਦੀ, ਤਾਂ ਐਵਰੇਜ ਨੂੰ ਸੰਖਿਆ ਦੇ ਨਾਲ ਗੁਣਾ ਕਰ ਦਿਓ। ਠੀਕ ਹੈ ਜੀ, ਪਹਿਲਾ ਸਟੈਪ ਹੀ ਤੁਹਾਡਾ ਇਹ ਆ। 6 ਦੂਣੀ ਕਿੰਨੇ ਹੋ ਜੂਗੇ ਜੀ 12, 6 ਤੀਏ 18 ਅਤੇ 1 19। ਠੀਕ ਹੈ ਜੀ, ਸਾਡੇ ਤੋਂ ਕਿੰਨਾ ਆ ਗਿਆ ਜੀ ਟੋਟਲ 192 ਆ ਗਿਆ। ਹੁਣ ਅੱਗੇ ਰਕਮ ਚਲੋ। ਪ੍ਰਥਮ 3 ਸੰਖਿਆ ਨੂੰ 2 ਅੰਕ ਵਧਾ ਦਿੱਤਾ ਜਾਂਦਾ। ਦੇਖੋ ਕੁੱਲ ਰਕਮਾਂ ਕਿੰਨੀਆਂ ਹੈਗੀਆਂ ਜੀ 6। ਠੀਕ ਹੈ ਜੀ, ਜਿਹੜੀਆਂ ਆਹ 3 ਹੈਗੀਆਂ, ਇਹਨਾਂ ਨੂੰ ਕਹਿੰਦਾ ਹੈਗਾ ਵੀ 2 ਅੰਕ ਵਧਾਤਾ। ਮਤਲਬ 3 ਸੰਖਿਆਵਾਂ ਨੂੰ ਗੁਣਾ 2 ਦੇ ਨਾਲ ਕਰ ਦਿਓ ਜੀ। ਕਿੰਨੀ ਵੱਧ ਗਈ ਜੀ, ਅਸਲ ਦੇ ਵਿੱਚ 6 ਵਧੀ ਆ। ਠੀਕ ਹੈ ਜੀ, 6 ਵੱਧ ਗਈ। ਉਸ ਤੋਂ ਬਾਅਦ ਆ ਜਾਓ ਵੀ ਜਿਹੜੀਆਂ ਬਚੀ ਹੋਈ ਹਰੇਕ ਸੰਖਿਆ ਵਿੱਚੋਂ 4 ਘਟਾਤਾ। ਹੁਣ ਬਚੀਆਂ ਕਿੰਨੀਆਂ ਰਹਿ ਗਈਆਂ, 3 ਰਹਿ ਗਈਆਂ 6 ਦੇ ਵਿੱਚੋਂ। ਠੀਕ ਹੈ, ਅਤੇ ਤਿੰਨਾਂ ਨੂੰ ਕੀ ਕਰ ਦਿਓ, ਹੁਣ 4 ਘਟਾਤਾ -4 ਕਰ ਦਿਓ, ਮਤਲਬ 3 ਚੌਕੇ 12। ਠੀਕ ਹੈ ਜੀ, ਇਹਨੂੰ ਲਿਖ ਦਿਓ ਜੀ ਮਾਈਨਸ ਦਾ, ਕਿਉਂਕਿ ਇਹ ਘਟਾਇਆ ਆ। ਹੁਣ ਦੇਖੋ ਤਾਂ ਨਵਾਂ ਔਸਤ ਪੁੱਛ ਲਿਆ ਉਹਨੇ ਕੀ ਆ। ਪੁਰਾਣਾ ਔਸਤ ਕਿੰਨਾ ਹੈਗਾ ਜੀ ਸਾਡੇ ਤੋਂ 32। ਠੀਕ ਹੈ ਜੀ, ਹੁਣ ਦੇਖੋ ਕੀ ਕਰਨਾ ਹੈਗਾ, ਰਿਐਲਿਟੀ ਜਿਹੜੀ ਰੀਅਲ ਰਕਮ ਹੈਗੀ ਹੈ ਜੀ, ਉਹ ਹੈਗੀ ਜੀ 192। 6 ਵਿੱਚ ਐਡ ਕੀਤਾ, ਮਤਲਬ 2 ਅੰਕ ਵਧਾਇਆ ਤਾਂ ਆ ਗਿਆ ਸੀ 6। 6 ਵਿੱਚ ਕੀ ਕਰ ਦਿਓ ਜੀ, ਪਲੱਸ ਕਰ ਦਿਓ ਮਾਈਨਸ। ਤਾਂ ਜਿਹੜਾ 4 ਘਟਾਇਆ, 4 ਨੂੰ ਗੁਣਾ ਕਰਕੇ ਆਇਆ ਸੀਗਾ ਜੀ -12। -12 ਲਿਖ ਦਿਓ। ਹੁਣ ਇਹਨਾਂ ਨੂੰ ਕਰ ਦਿਓ ਜੀ ਹੱਲ, ਤਾਂ ਤੁਹਾਡਾ ਆਨਸਰ ਨਿਕਲ ਕੇ ਆਊਗਾ। ਦੇਖੋ 192 ਅਤੇ ਪਲੱਸ 6 100 ਹੁੰਦਾ ਜੀ 98। ਠੀਕ ਹੈ ਜੀ, 198 ਦੇ ਵਿੱਚੋਂ ਹੁਣ 12 ਘਟਾ ਦਿਓ, ਕਿੰਨਾ ਆ ਜਾਊਗਾ ਜੀ 186। ਠੀਕ ਹੈ ਜੀ, ਆ ਜਾਊਗਾ ਆਪਣੇ ਕੋਲ। ਇੱਧਰ ਲਿਖ ਦਿੰਦੇ ਆ, ਥਾਂ ਘੱਟ ਹੈ ਜੀ 186। ਹੁਣ ਦੇਖੋ ਇਹ ਕੀ ਆਇਆ, ਇਹ ਘਟਾਉਣ ਅਤੇ ਜੋੜਨ ਤੋਂ ਬਾਅਦ ਸਾਡੇ ਕੋਲ ਜਿਹੜੀ ਟੋਟਲ ਰਕਮ ਆਈ ਆ ਉਹ 186 ਆਈ ਆ। ਪਹਿਲਾਂ ਕਿੰਨੀ ਸੀ ਜੀ 192 ਸੀਗੀ। ਹੁਣ ਅਸੀਂ ਕੀ ਕਰਨਾ ਹੈਗਾ ਵੀ, ਇਹ ਜਿਹੜੇ 186 ਆਏ ਆ, ਇਹ ਆਇਆ ਕਿੰਨੀਆਂ ਸੰਖਿਆ ਦਾ 106 ਆਪਣੇ 6 ਸੰਖਿਆ ਦਾ ਆਇਆ ਹੈਗਾ। ਪਹਿਲਾਂ 6 ਸੰਖਿਆ ਦਾ ਜਿਹੜਾ ਟੋਟਲ ਸੀਗਾ ਉਹ 192 ਸੀ। ਹੁਣ ਇਸ ਵੇਲੇ 186 ਆ। ਬਟ ਉਹਨੇ ਪੁੱਛਿਆ ਕਿ ਨਵਾਂ ਔਸਤ। ਔਸਤ ਅਸੀਂ ਕਿੱਦਾਂ ਕੱਢਦੇ ਹੈਗੇ ਆ, ਜਿੰਨਾ ਟੋਟਲ ਹੋਵੇ 186/6 ਕਰ ਦਾਂਗੇ। ਇਹਨੂੰ ਕੱਟ ਦਿਓ, 6 ਤੀਏ 18 ਅਤੇ 6 × 6 ਕਿੰਨਾ ਆ ਗਿਆ ਜੀ 31। 31 ਕਿਹੜੀ ਆਪਸ਼ਨ ਦੇ ਵਿੱਚ ਹੈਗਾ ਜੀ, 31 ਹੈਗਾ ਜੀ ਆਪਸ਼ਨ 4 ਦੇ ਵਿੱਚ। ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੋ ਜਾਏਗਾ। ਉਮੀਦ ਕਰਦਾ ਹੈਗਾ ਤੁਹਾਨੂੰ ਜਿਹੜਾ ਇਹ ਸਵਾਲ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬਸ ਇਸੇ ਤਰ੍ਹਾਂ ਸਵਾਲ ਸਮਝਦੇ ਰਹੋ ਅਤੇ ਤੁਹਾਨੂੰ ਬਹੁਤ ਜਿਹੜਾ ਇਹ ਵੀਡੀਓ ਪੂਰੀ ਦੇਖਿਓ ਬਸ ਲਾਸਟ ਤੱਕ, ਤੁਹਾਨੂੰ ਸਾਰੇ ਸਵਾਲ ਸਮਝ ਆਉਣਗੇ ਅਤੇ ਪੇਪਰ ਦੇ ਵਿੱਚ ਜਿਹੜਾ ਤੁਹਾਡੇ ਤੋਂ ਕੋਈ ਵੀ ਸਵਾਲ ਨਹੀਂ ਛੁੱਟਿਆ ਜਾਵੇਗਾ। ਠੀਕ ਹੈ ਜੀ, ਅਤੇ ਬਸ ਆਪਣੀ ਪ੍ਰੈਕਟਿਸ ਜਾਰੀ ਰੱਖਿਓ। ਇਹੀ ਸਲਾਹ ਦਿੰਦਾ ਹੈਗਾ। ਵੀਡੀਓ ਵਧੀਆ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਠੀਕ ਹੈ ਜੀ, ਸਵਾਲ ਨੰਬਰ 2 ਤੇ ਆ ਜਾਓ। ਸਵਾਲ ਨੰਬਰ 2 ਹੈਗਾ ਹੈ ਜੀ, 15 ਵਿਅਕਤੀ ਆ।
15 ਵਿਅਕਤੀਆਂ ਦੀ ਔਸਤ ਉਮਰ 32 ਸਾਲ ਹੈ। ਤੁਹਾਨੂੰ ਮੈਂ ਸ਼ੁਰੂ 'ਚ ਹੀ ਕਿਹਾ, ਜਦੋਂ ਵੀ ਔਸਤ ਵਾਲਾ ਸਵਾਲ ਆ ਜੇ ਪਹਿਲਾਂ ਹੀ ਕਰਨਾ ਹੈਗਾ ਸੰਖਿਆ ਨੂੰ ਔਸਤ ਦੇ ਨਾਲ ਗੁਣਾ ਕਰ ਦਿਓ। 15 ਗੁਣਾ 32, ਠੀਕ ਹੈ ਜੀ। ਇਹਦੀ ਗੁਣਾ ਕਰੋ, ਪੰਜੋ ਦੂਣੀ ਆ ਗਿਆ ਜੀ 10, ਇੱਕ ਗਿਆ ਹਾਸਲ, ਪੰਜੂ ਦੀ 15 ਤੇ 2 17 ਤੇ ਇੱਕ ਆ ਗਿਆ ਜੀ 18, ਇੱਕ ਗਿਆ ਫੇ ਹਾਸਲ, 3 ਏਕਮ 3 ਹਾਸਲ ਜੁੜਿਆ 4, ਠੀਕ ਹੈ ਜੀ। ਗੁਣਾ ਕਰਕੇ ਆ ਗਿਆ ਸਾਡੇ ਕੋਲ 480। ਦੇਖੋ ਅੱਗੇ ਹੈਗਾ ਜੀ, ਫੇਰ ਰਕਮ ਪੜ੍ਹੋ, 2 ਹੋਰ ਵਿਅਕਤੀਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਔਸਤ ਆਯੂ 3 ਸਾਲ ਵੱਧ ਗਈ। ਪਹਿਲਾਂ ਬੰਦੇ ਕਿੰਨੇ ਆ 15 ਸੀਗੇ, ਠੀਕ ਹੈ ਜੀ। ਹੁਣ ਬੰਦੇ ਕਿੰਨੇ ਹੋ ਗਏ ਜੀ 2 ਕਹਿੰਦਾ ਵੱਧ ਗਏ, ਮਤਲਬ 15 ਤੇ 2 17 ਲਿਖ ਲਓ। ਉਹਨਾਂ ਨਾਲ ਸ਼ਾਮਲ ਜਦੋਂ ਕਰਤੇ ਤਾਂ ਫਿਰ ਔਸਤ ਆਯੂ ਕਿੰਨੀ ਵੱਧ ਗਈ ਜੀ 3 ਸਾਲ ਵੱਧ ਗਈ। ਪਹਿਲਾਂ ਔਸਤ ਆਯੂ ਕਿੰਨੀ ਸੀ 32 ਸਾਲ, 32 ਦੇ ਵਿੱਚ 3 ਜੋੜ ਦਿਓ ਕਿੰਨੇ ਆ ਜਾਊਗਾ ਜੀ 35। ਹੁਣ ਇਹਨਾਂ ਦੋਨਾਂ ਦੀ ਗੁਣਾ ਕਰ ਦਿਓ ਜੀ, 7 ਪੰਜਾ 35 ਆ ਜਾਏਗਾ ਜੀ, 7 ਤੀਆ 21 ਤੇ 5 26 ਤੇ 3 29 ਆ ਜਾਊਗਾ ਜੀ। 2 ਗਏ ਹਾਸਲ, 3 ਏਕਮ 3 3 ਤੇ 2 5, ਆਪਣੇ ਕੋਲ ਆ ਗਿਆ ਜੀ 595। ਇਹ ਪੁਰਾਣਾ ਔਸਤ ਆ 480, 595 ਆ ਗਿਆ ਜੀ ਨਵਾਂ ਔਸਤ, 2 ਬੰਦੇ ਐਡ ਕਰਕੇ। ਹੁਣ ਉਹ ਕਹਿੰਦਾ ਵੀ ਜਿਹੜੇ ਨਵੇਂ ਵਿਅਕਤੀਆਂ ਦੀ ਉਮਰ ਵਿੱਚ 7 ਸਾਲ ਦਾ ਅੰਤਰ ਆ, ਮਤਲਬ ਮੰਨ ਲਓ A ਤੇ B ਕੀ ਹੈਗੇ ਆ ਜੀ 2 ਬੰਦੇ ਹੈਗੇ ਆ, ਇਹਨਾਂ ਦੀ ਜਿਹੜੀ ਉਮਰ ਦਾ ਜਿਹੜਾ ਅੰਤਰ ਹੈਗਾ ਆ 7 ਸਾਲ ਆ। ਉਦਾਹਰਨ ਦੇ ਤੌਰ ਤੇ A ਦੀ ਉਮਰ 70 ਸਾਲ ਹੋਵੇਗੀ ਤੇ B ਦੀ ਉਮਰ ਕਿੰਨੀ ਹੋ ਜਾਊਗੀ ਜੀ 63 ਸਾਲ, ਠੀਕ ਹੈ ਜੀ। ਇਸ ਤਰ੍ਹਾਂ ਇਹ ਕਹਿਣ ਦਾ ਭਾਵ ਤੁਹਾਨੂੰ ਸਮਝਾਉਣ ਲਈ ਮੈਂ 70 ਤੇ 63 ਦਾ ਜਿਹੜਾ ਇਹ ਉਦਾਹਰਨ ਦਿੱਤਾ। ਹੁਣ ਅਸੀਂ ਉਹ ਉਮਰ ਲੱਭਣੀ ਹੈਗੀ ਆ। ਉਹਨੇ ਪੁੱਛ ਲਿਆ ਵੀ ਨਵੇਂ ਵਿਅਕਤੀਆਂ ਵਿੱਚ ਵੱਡੇ ਵਿਅਕਤੀ ਦੀ ਉਮਰ ਕਿੰਨੀ ਆ। ਪਹਿਲਾਂ ਤਾਂ ਅਸੀਂ ਇਹਨਾਂ ਦੋਨਾਂ ਦੀ ਟੋਟਲ ਏਜ ਕੱਢਾਂਗੇ। 595 ਦੇ ਵਿੱਚੋਂ ਦੋਨਾਂ ਦੀ ਏਜ ਕੱਢਣ ਲਈ ਕੀ ਕਰਾਂਗੇ, 480 ਨੂੰ ਮਾਈਨਸ ਕਰ ਦਾਂਗੇ 5, ਠੀਕ ਹੈ। 9 ਵਿੱਚੋਂ 8 ਕੱਢੇ 1, 5 ਵਿੱਚ 4 ਕੱਢੇ 115, ਠੀਕ ਹੈ ਜੀ। 115 ਕੀ ਆਇਆ ਸਾਡੇ ਤੋਂ, ਦੋਨਾਂ ਦੀ ਏਜ ਆ ਗਈ ਜੋੜ ਕੇ। ਹੁਣ ਅਸੀਂ ਕੀ ਕਰਨਾ ਹੈਗਾ, ਇਹਨਾਂ ਦੀ ਇਕੱਲੇ ਇਕੱਲੇ ਦੀ ਕੱਢਣੀ ਹੈਗੀ ਆ। ਜਦੋਂ ਇਕੱਲੇ ਇਕੱਲੇ ਦੀ ਕੱਢਣੀ ਹੋਵੇ ਤਾਂ ਸਾਨੂੰ 7 ਸਾਲ ਦਾ ਅੰਤਰ ਦਿੱਤਾ ਹੈਗਾ, ਠੀਕ ਹੈ। ਸਾਰਿਆਂ ਨਾਲੋਂ ਸੌਖਾ ਤਰੀਕਾ ਹੈਗਾ 115 ਦੇ ਵਿੱਚ ਕੀ ਕਰ ਦਿਓ ਜੀ 7 ਪਲੱਸ ਕਰ ਦਿਓ, ਕਿੰਨਾ ਹੋ ਗਿਆ ਜੀ 122 ਹੋ ਗਿਆ। 122 ਹੋ ਗਿਆ ਨਾ, 122 ਨੂੰ ਕੀ ਕਰ ਦਿਓ ਜੀ 2 ਦੇ ਨਾਲ ਕਰ ਦਿਓ ਡਿਵਾਈਡ, ਠੀਕ ਹੈ ਜੀ। 122 ਇੱਥੇ ਲਿਖ ਲੈਂਦੇ ਆ, 122/2, 2 ਛਿਕੇ 12 ਯਾਨੀ ਕਿ 61 ਆ ਗਿਆ, ਠੀਕ ਹੈ ਜੀ। 61 ਆ ਗਿਆ। 61 ਕੀ ਆ ਸਾਡੇ ਤੋਂ, 61 ਆ ਗਈ ਜੀ ਇੱਕ ਬੰਦੇ ਦੀ ਉਮਰ ਆ ਗਈ ਆ ਵੱਡੇ ਦੀ, ਠੀਕ ਹੈ ਜੀ। ਜੋ ਕਿ ਆਪਸ਼ਨ 2 ਦੇ ਵਿੱਚ ਉਹਨੇ ਪ੍ਰਸ਼ਨ 'ਚ ਵੀ ਪੁੱਛਿਆ, ਵੱਡੇ ਦੀ ਉਮਰ ਕਿੰਨੀ ਆ ਗਈ ਜੀ 2, ਤੇ ਆਪਣੀ ਆਪਸ਼ਨ 2 61। ਹੁਣ ਜੇ ਅਗਰ ਪੁੱਛ ਲੈਂਦਾ ਵੀ ਛੋਟੇ ਦੀ ਉਮਰ ਕਿੰਨੀ ਆ, ਛੋਟੇ ਦੀ ਉਮਰ ਕੱਢਣ ਲਈ ਤਾਂ ਕੋਈ ਕਰਨਾ ਹੀ ਨਹੀਂ ਪੈਣਾ। ਕੀ ਕਰੋ ਹੁਣ ਤੁਸੀਂ 115 ਦੇ ਵਿੱਚੋਂ 61 ਘਟਾ ਦਿਓ, ਠੀਕ ਹੈ ਜੀ। 115 ਦੇ ਵਿੱਚੋਂ ਤੁਸੀਂ ਕੀ ਕਰਨਾ ਹੈਗਾ, 115 ਦੇ ਵਿੱਚੋਂ ਹੁਣ ਤੁਸੀਂ 61 ਘਟਾ ਦਿਓ, 5 ਵਿੱਚੋਂ 1 ਕੱਢਿਆ 6, 11 ਵਿੱਚੋਂ 6 ਕੱਢਿਆ ਜੀ 5। ਦੇਖੋ ਸੌਰੀ ਇੱਥੇ ਗਲਤ ਹੋ ਗਿਆ, 5 ਵਿੱਚੋਂ 1 ਕੱਢਿਆ 4 ਆਉਣਾ ਸੀ, 54 ਸਾਲ, ਠੀਕ ਹੈ। ਛੋਟੇ ਦੀ ਉਮਰ ਹੋ ਜੂਗੀ ਜੀ 54 ਸਾਲ, ਵੱਡੇ ਦੀ ਹੋ ਜੂਗੀ ਜੀ 61। ਦੋਨਾਂ ਦਾ ਤੁਸੀਂ ਅੰਤਰ ਦੇਖ ਸਕਦੇ ਆ ਵੀ 7 ਸਾਲ ਆ, 7 ਸਾਲ ਹੀ ਉਹਨੇ ਕੁਐਸਚਨ ਦੇ ਵਿੱਚ ਦਿੱਤਾ ਹੋਇਆ। ਇਸ ਤਰ੍ਹਾਂ ਦੂਜੇ ਸਵਾਲ ਦਾ ਜੇ ਬਿਲਕੁਲ ਰਾਈਟ ਜਵਾਬ ਕੀ ਹੈ ਜੀ 61 ਸਾਲ ਆਪਣੀ ਜਿਹੜੀ ਉਮਰ ਆ ਜਾਏਗੀ। ਤੀਸਰਾ ਸਵਾਲ ਦੇਖੋ, ਉਮੀਦ ਕਰਦਾ ਤੁਹਾਨੂੰ ਚੰਗੀ ਤਰ੍ਹਾਂ ਇਹ ਸਵਾਲ ਸਮਝ ਆਉਂਦੇ ਹੋਣਗੇ, ਠੀਕ ਹੈ ਜੀ। ਜਿਹਨੂੰ ਨਹੀਂ ਆਉਂਦੇ ਪਲੀਜ਼ ਕਿਰਪਾ ਕਰਕੇ ਵੀਡੀਓ ਦੁਬਾਰਾ ਦੇਖ ਲਵੇ, ਉਹਨੂੰ 100% ਸਮਝ ਆ ਜਾਣਗੇ, ਕਿਉਂਕਿ ਮੈਂ ਜਿਹੜਾ ਮੈਥਡ ਲਾ ਰਿਹਾ ਹੈਗਾ ਸਾਰੇ ਯੂਟਿਊਬਰਾਂ ਨਾਲੋਂ ਮੇਰਾ ਵੱਖਰਾ ਮੈਥਡ ਹੁੰਦਾ ਹੈਗਾ, ਠੀਕ ਹੈ ਜੀ। ਦੇਖੋ A ਦੀ क्षमता B ਨਾਲੋਂ 25% ਘੱਟ ਹੈਗੀ ਆ। ਕੁਛ ਨਹੀਂ ਕਰਨਾ, ਪਰਸੈਂਟ ਦਿੱਤੀ ਹੋਈ ਹੈਗੀ ਹੈ, ਇਹਨੂੰ ਫਰੈਕਸ਼ਨ ਦੇ ਵਿੱਚ ਬਦਲ ਲਓ, 25 ਨੂੰ 100 ਕਰ ਦਿਓ, ਕਿੰਨਾ ਆ ਜਾਊਗਾ ਜੀ 1/4। ਇਸੇ ਤਰ੍ਹਾਂ 20% ਦਿੱਤਾ ਹੋਇਆ, ਇਹਦਾ ਆ ਜਾਊਗਾ ਜੀ 1/5, ਠੀਕ ਹੈ ਜੀ। ਹੁਣ ਦੇਖੋ ਇਹ ਆ ਗਿਆ ਜੀ 2 ਫਰੈਕਸ਼ਨਾਂ ਸਾਡੇ ਤੋਂ ਆ ਗਈਆਂ, ਇਸ ਨਾਲ ਸਵਾਲ ਦੀ ਕੈਲਕੂਲੇਸ਼ਨ ਘੱਟ ਜਾਵੇਗੀ। ਹੁਣ ਉਹ ਕਹਿੰਦਾ ਵੀ ਇੱਥੇ ਲਿਖ ਲਓ A B ਤੇ C, ਠੀਕ ਹੈ। A ਦੀ ਜਿਹੜੀ क्षमता ਉਹ B ਨਾਲੋਂ 25% ਘੱਟ ਆ, ਮਤਲਬ B ਦੀ ਜੇ 4 ਹੈਗੀ ਆ ਤਾਂ ਉਹ A ਦੀ ਕਿੰਨੀ ਹੋ ਜੂਗੀ ਜੀ 3 ਹੋ ਜੂਗੀ, ਠੀਕ ਹੈ ਜੀ। ਇਸੇ ਤਰ੍ਹਾਂ ਅੱਗੇ ਆ ਜੋ B ਦੀ क्षमता C ਨਾਲੋਂ 20% ਅਧਿਕ ਹੈਗੀ ਆ, ਠੀਕ ਹੈ ਜੀ। C ਨਾਲੋਂ ਅਧਿਕ ਹੈਗੀ ਆ, ਇਹਦੀ 5 ਹੋ ਜੂਗੀ ਜੀ, ਇਹਦੀ 4 ਹੋ ਜੂਗੀ, 5 ਵਿੱਚੋਂ 1 ਕੱਢਿਆ 4 ਆ ਗਿਆ ਸਾਡੇ ਤੋਂ, ਠੀਕ ਹੈ ਨਾ। ਹੁਣ ਇਸੇ ਥਾਂ 'ਤੇ 4 ਲਾ ਦਿਓ, ਇੱਥੇ ਥਾਂ 'ਤੇ ਤੁਸੀਂ ਕੀ ਕਰ ਦਿਓ ਜੀ 5 ਲਾ ਦਿਓ। ਸੌਰੀ ਇੱਥੇ ਥੋੜ੍ਹਾ ਗਲਤ ਹੋ ਗਿਆ ਮੈਨੂੰ ਲੱਗਦਾ, ਦੁਬਾਰਾ ਦੇਖ ਲੈਂਦੇ ਹੈਗੇ ਆ ਅਸੀਂ, ਥੋੜ੍ਹੀ ਕੁ ਮਿਸਟੇਕ ਹੋਈ ਲੱਗਦੀ ਮੈਨੂੰ। ਦੇਖੋ ਉਹਨੇ ਕਿਹਾ ਵੀ ਜਿਹੜੀ A ਦੀ क्षमता ਆ ਨਾ ਉਹ B ਨਾਲੋਂ 25% ਘੱਟ ਆ, ਠੀਕ ਹੈ ਜੀ। B ਨਾਲੋਂ 25% ਘੱਟ ਆ, ਚਲੋ ਅਸੀਂ ਫਰੈਕਸ਼ਨ ਰਹਿਣ ਦਿੰਦੇ, ਸਿੱਧਾ ਉੱਦਾਂ ਲਿਖ ਲੈਂਦੇ ਆ। A ਦੀ क्षमता B ਨਾਲੋਂ 25% ਘੱਟ ਹੈ, ਸਮਝ ਲਓ B ਦੀ 100 ਹੋਊਗੀ, A ਦੀ 75 ਹੋਊਗੀ, ਠੀਕ ਹੈ ਜੀ। ਇਸੇ ਤਰ੍ਹਾਂ ਲਿਖ ਲਓ
ਫਿਰ ਤੁਸੀਂ ਅੱਗੇ ਆ ਜਾਓ, ਕਹਿੰਦਾ ਵੀ B ਦੀ ਸ਼ਮਤਾ C ਤੋਂ 20% ਅਧਿਕ ਹੈਗੀ ਆ। 120 ਲਿਖ ਲਓ, C ਨੂੰ 100 ਲਿਖ ਲਓ। ਠੀਕ ਹੈ ਜੀ। ਇੱਥੇ ਖਾਲੀ ਥਾਂ ਆ, ਇੱਥੇ ਵੀ 100 ਲਿਖ ਲਓ, ਇੱਧਰ ਖਾਲੀ ਥਾਂ ਆ, ਇੱਧਰ 120 ਆ ਜਾਏਗਾ। ਇਹਨਾਂ ਨੂੰ ਕੱਟ ਦਿਓ ਹੁਣ। ਠੀਕ ਹੈ ਜੀ। ਦੇਖੋ ਕਿੱਦਾਂ ਕੱਟ ਹੋਊਗਾ, 0 0 0 ਕੱਟਤੀ। ਠੀਕ ਹੈ ਜੀ। ਹੁਣ ਇੱਧਰ ਆ ਜਾਓ, 25 ਤੀਆ 75, 25 ਚੌਕਾ 100, 25 ਚੌਕਾ 100। ਠੀਕ ਹੈ ਜੀ। ਹੁਣ ਇਹਨਾਂ ਦੀ ਕੀ ਕਰਨੀ ਹੈ ਜੀ, ਗੁਣਾ ਕਰ ਦਿਓ। ਕਿੰਨਾ ਆਊਗਾ ਜੀ, 12 ਤੀਏ, ਦੇਖੋ 12 ਤੀਏ ਕਿੰਨਾ ਆ ਗਿਆ ਜੀ, 36। ਠੀਕ ਹੈ ਜੀ। ਉਸ ਤੋਂ ਬਾਅਦ 12 ਚੌਕਾ ਆ ਗਿਆ ਜੀ 48, ਫਿਰ ਆ ਜਾਊਗਾ ਜੀ 10 ਚੌਕਾ ਆ ਗਿਆ ਜੀ 40। ਹੁਣ ਇਹਨਾਂ ਨੂੰ ਵੀ ਕੱਟ ਦਿਓ ਤੁਸੀਂ। ਕਿਹੜੇ ਪਹਾੜੇ 'ਤੇ ਕੱਟ ਹੋ ਰਹੇ ਆ, ਇਹ 4 ਦੇ ਪਹਾੜੇ 'ਤੇ ਕੱਟ ਹੋ ਰਹੇ ਆ। 4 ਨਾਲ 36, 12 ਚੌਕ 48 ਅਤੇ 4 10 40, 9। ਠੀਕ ਆ, 12 ਚੌਕ 48 ਆ ਜਾਏਗਾ ਅਤੇ 4 10 40 ਆ ਗਿਆ। ਠੀਕ ਹੈ ਜੀ। ਆਹ ਸਾਡੇ ਤੋਂ ਕੀ ਆ ਗਿਆ ਜੀ, ਸ਼ਮਤਾ ਆ ਗਈ ਇਹਨਾਂ ਇਕੱਲੇ ਇਕੱਲੇ ਬੰਦੇ ਦੀ। ਹੁਣ ਉਹਨੇ ਕਿਹਾ ਹੈਗਾ ਤਿੰਨੇ ਮਿਲ ਕੇ ਇੱਕ ਕੰਮ 45 ਦਿਨ ਵਿੱਚ ਸਮਾਪਤ ਕਰਦੇ ਹੈਗੇ ਆ। ਇੱਥੇ ਨੋਟ ਕਰਨਾ, ਜਦੋਂ ਵੀ ਟੋਟਲ ਵਰਕ ਕੱਢਣਾ ਹੈਗਾ ਉਹਦੀ ਗੁਣਾ ਕਿਹਨਾਂ ਕਰੀ ਜਾਂਦੀ ਹੈਗੀ ਹੈ ਜੀ, ਬੰਦੇ ਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਹੁੰਦੀ ਹੈਗੀ ਆ, ਸ਼ਮਤਾ ਦੇ ਗੁਣਾ ਦਿਨ। ਠੀਕ ਹੈ ਜੀ। ਸਾਤੋਂ ਕਿੰਨਾ ਆ ਜਾਊਗਾ ਜੀ, ਟੋਟਲ ਵਰਕ ਆ ਜਾਊਗਾ। ਹੁਣ ਸਾਤੋਂ ਸ਼ਮਤਾ ਕਿੰਨੀ ਹੈਗੀ ਆ, 9 ਅਤੇ 12, ਇਹ 12 ਅਤੇ 10 ਕਿੰਨੇ ਹੋ ਗਏ ਜੀ, 22, 22 ਅਤੇ 9 ਕਿੰਨੇ ਹੋ ਗਏ ਜੀ, 31। ਠੀਕ ਹੈ ਜੀ। ਸ਼ਮਤਾ ਆ ਗਈ ਸਾਡੇ ਤੋਂ 31 ਦਿਨ ਅਤੇ 45 ਦਿਨ ਆ ਗਿਆ ਜੀ ਸਾਡੇ ਤੋਂ ਟਾਈਮ। 31 ਅਤੇ 45 ਦੀ ਗੁਣਾ ਕਰੋ, ਇੱਧਰਲੀ ਸਾਈਡ ਕਰ ਦਿੰਦੇ ਹਾਂ ਅਸੀਂ। 31 ਅਤੇ 45 ਦੀ ਗੁਣਾ, ਥਾਂ ਇੱਕ ਤਾਂ ਘੱਟ ਆ ਸਾਡੇ ਤੋਂ। ਦੇਖੋ 31 ਅਤੇ 45 ਦੀ ਗੁਣਾ ਕਰੋ, 5 ਏਕਮ 5 ਆ ਜਾਊਗਾ ਜੀ। ਠੀਕ ਹੈ ਜੀ। 4 ਏਕਮ 4, 5 ਤੀਏ 15 ਅਤੇ 4 19 ਆ ਜਾਊਗਾ ਜੀ। ਇੱਕ ਗਿਆ ਹਾਸਲ, 4 ਤੀਏ 12 ਅਤੇ 1 13, 1395 ਗੁਣਾ ਕਰਕੇ ਆ ਗਿਆ। ਹੁਣ ਪੁੱਛਿਆ ਵੀ ਅਕੇਲੇ A ਨੇ ਇਹ ਕੰਮ ਨੂੰ ਕਿੰਨੇ ਦਿਨ ਵਿੱਚ ਕੀਤਾ। ਠੀਕ ਹੈ ਜੀ। ਕੰਮ ਕੁੱਲ ਹੈ ਕਿੰਨਾ ਆ, 1395 ਹੈ। ਠੀਕ ਹੈ ਜੀ। ਤਾਂ ਉਹ A ਦਾ ਕਪੈਸਿਟੀ ਕਿੰਨੀ ਹੈਗੀ ਜੀ, ਆ ਦੇਖੋ 9 ਹੈਗੀ ਜੀ। 9 ਨਾਲ ਇਸ ਨੂੰ ਭਾਗ ਦੇ ਦਿਓ, ਕੱਟ ਦਿਓ। 9 ਏਕਮ 9, 4 ਬਚੇ, 9 ਪੰਜਾ 45, ਫਿਰ 4 ਬਚੇ, 9 ਪੰਜਾ 45, 155। ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਆ ਜਾਊਗਾ ਜੀ। ਆਪਸ਼ਨ ਕਿਹੜੀ ਹੈਗੀ ਹੈ ਜੀ, ਆਪਸ਼ਨ 3। ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੋ ਜਾਊਗਾ। ਠੀਕ ਹੈ ਜੀ। ਜਿਹਨੂੰ ਨਹੀਂ ਸਮਝ ਲੱਗਾ ਉਹ ਪਲੀਜ਼ ਦੁਬਾਰਾ ਦੇਖ ਲਵੇ, ਇੱਦਾਂ ਦੀ ਕੋਈ ਗੱਲ ਨਹੀਂ, ਸਮਝ ਆ ਜਾਊਗਾ। ਠੀਕ ਹੈ ਜੀ। ਧਿਆਨ ਨਾਲ ਸਮਝਣਾ ਪੈਣਾ ਹੈਗਾ ਹੈ, ਜਿਹਨੂੰ ਨਹੀਂ ਸਮਝ ਲੱਗਾ। ਹੁਣ ਦੇਖ ਲਓ ਚੌਥਾ ਸਵਾਲ ਦੇਖੋ, ਲਤਾ ਕਿਸੇ ਕੰਮ ਦਾ 1/3 ਭਾਗ 4 ਦਿਨਾਂ 'ਚ ਕਰਦੀ ਆ। ਮੰਨ ਲਿਆ ਵੀ L ਲਿਖ ਲਓ ਲਤਾ। ਠੀਕ ਹੈ ਜੀ। 1/3 ਭਾਗ ਉਹਨੇ ਕਿੰਨੇ ਦਿਨ 'ਚ ਕੀਤਾ ਜੀ, 4 ਦਿਨਾਂ 'ਚ। ਟੋਟਲ ਕਿੰਨੇ 'ਚ ਕਰੂਗੀ, 4 ਗੁਣਾ 1/3 ਨੂੰ 3/1 ਕਰ ਦਿਓ ਜੀ, 4 ਤੀਏ 12 ਆ ਜਾਏਗਾ। ਠੀਕ ਹੈ ਜੀ। ਇਸ ਤਰ੍ਹਾਂ ਲਤਾ ਦੀ ਕੁੱਲ ਕਪੈਸਿਟੀ ਕਿਆ ਤੋਂ ਸ਼ਮਤਾ ਆ ਗਈ ਜੀ 12। ਮਤਲਬ ਕੋਈ ਕੰਮ ਆ ਜੀ ਉਹ 12 ਦਿਨਾਂ 'ਚ ਲਤਾ ਕਰ ਦਿੰਦੀ ਆ। ਇਸੇ ਤਰ੍ਹਾਂ ਅੱਗੇ ਕਹਿੰਦਾ ਹੈਗਾ ਵੀ ਆਸ਼ਾ ਉਸ ਕੰਮ ਨੂੰ 1/6 ਭਾਗ 3 ਦਿਨ ਵਿੱਚ ਪੂਰਾ ਕਰਦੀ ਹੈ। ਇਹ ਵੀ ਕੱਢ ਦਿਓ। 1/6 ਭਾਗ ਕਿੰਨੇ 'ਚ ਜੀ, 3 ਦਿਨ 'ਚ। 3 ਇੱਧਰ ਕੀਤਾ, 6 ਕਰਤਾ ਜੀ ਉਲਟਾ, 6/1, 3 ਛਿਕੇ 18। ਹੁਣ ਇਹ ਕੀ ਆਇਆ, ਸਾਡੇ ਤੋਂ ਦੋਨਾਂ ਦੀ ਕਪੈਸਿਟੀ ਆ ਗਈ ਆ। ਲਤਾ ਕਿਸੇ ਕੰਮ ਨੂੰ 12 ਦਿਨ 'ਚ ਕਰਦੀ ਆ। ਠੀਕ ਹੈ ਜੀ। ਆਸ਼ਾ ਉਸੇ ਕੰਮ ਨੂੰ ਜਿਹੜਾ 18 ਦਿਨਾਂ 'ਚ ਕਰਦੀ ਆ। ਜੇਕਰ ਉਹ ਦੋਨੋਂ ਮਿਲ ਕੇ ਕੰਮ ਕਰਨ, ਹੁਣ ਦੋਨੋਂ ਮਿਲ ਕੇ ਸਾਨੂੰ ਕੀ ਕਰਨਾ ਪਊਗਾ ਜੀ, ਟੋਟਲ ਕੰਮ ਕੱਢਣਾ ਪਊਗਾ। ਟੋਟਲ ਕੰਮ ਕਿੱਦਾਂ ਕੱਢਣਾ, ਇਹਨਾਂ ਦਾ ਐਲਸੀਐਮ ਲੈ ਲਓ। ਕਿੰਨਾ ਆਊਗਾ ਜੀ, 36। ਠੀਕ ਹੈ ਜੀ। 12 ਤੀਆ 36 ਆ ਜਾਊਗਾ ਜੀ, 18 ਦੂਣਾ 36 ਆ ਜਾਊ। ਟੋਟਲ ਕੰਮ ਕਿੰਨਾ ਆ ਗਿਆ ਜੀ, 36 ਸਾਡੇ ਤੋਂ, ਹੈ ਨਾ। 36 ਆ ਗਿਆ ਸਾਡੇ ਤੋਂ ਕੰਮ। ਅਤੇ ਹੁਣ ਉਹਨੇ ਕਿਹਾ ਕੀ ਹੈ ਸਵਾਲ ਦੇ ਵਿੱਚ, 75% ਕੰਮ ਕਰਨਾ ਆ। ਪੂਰਾ ਕੰਮ 36 ਆ, ਇਹਦਾ 36 ਦਾ 75% ਕੱਢ ਲਓ। 36 ਗੁਣਾ 75/100, 25 ਤੀਆ 75 ਅਤੇ 25 ਚੌਕਾ 100, 4 ਨਾਲ 36, 9 ਅਤੇ 3 27 ਆ ਜਾਊਗਾ। ਮਤਲਬ 27 ਕੰਮ ਹੁਣ ਕਰਨਾ ਹੈਗਾ ਹੈ ਜੀ, ਕਿਨੇ ਕਿਨੇ, ਦੋਨਾਂ ਨੇ ਰਲ ਕੇ। ਦੋਨਾਂ ਦੀ ਸ਼ਮਤਾ ਕਿੰਨੀ ਹੈਗੀ ਆ, ਇੱਕ ਦੀ 3 ਆ, ਇੱਕ ਦੀ 2 ਆ। ਦੋਨਾਂ ਦੀ ਕਿੰਨੀ ਹੋ ਗਈ ਜੀ, 3 ਅਤੇ 2 5। ਅਤੇ 27 ਨੂੰ ਕੀ ਕਰੋ ਜੀ, ਹੁਣ 27 ਆਇਆ ਸੀਗਾ 75%, 27/5 ਕਰ ਦਿਓ। ਕਿਹੜੀ ਆਪਸ਼ਨ ਹੈ ਜੀ, ਆਪਸ਼ਨ 2 ਇਸ ਸਵਾਲ ਦਾ ਜਿਹੜਾ ਕਿ ਬਿਲਕੁਲ ਰਾਈਟ ਜਵਾਬ ਹੋ ਜਾਊਗਾ। ਇਸ ਤਰ੍ਹਾਂ ਇਹ ਸਵਾਲ ਹੱਲ ਕਰਨਾ ਸੀਗਾ ਟਾਈਮ ਐਂਡ ਵਰਕ ਦਾ। ਠੀਕ ਹੈ ਜੀ। ਪੁਲਿਸ ਦੇ ਪੇਪਰ ਦੇ ਵਿੱਚ ਇਹ ਸਵਾਲ ਆ ਰਹੇ ਹੈਗੇ ਆ। ਠੀਕ ਹੈ। ਇਹਨਾਂ ਨੂੰ ਲਾਈਟ ਨਾ ਲਵੋ, ਜਿਹਨੂੰ ਮਾੜੀ ਮੋਟੀ ਪ੍ਰੈਕਟਿਸ ਹੈਗੀ ਆ ਉਹ ਸਵਾਲ ਆਰਾਮ ਦੇ ਨਾਲ ਕੱਢ ਲਵੇਗਾ। ਠੀਕ ਹੈ ਜੀ। ਆਹ ਦੇਖੋ ਪਰਸੈਂਟੇਜ ਦਾ ਸਵਾਲ ਆ, ਬਹੁਤ ਇੰਪੋਰਟੈਂਟ ਸਵਾਲ ਹੈਗਾ ਆ। ਠੀਕ ਹੈ ਜੀ। ਦੇਖੋ ਕਿੱਦਾਂ ਆਵੇਗਾ, ਕਹਿੰਦਾ ਇੱਕ ਸੰਖਿਆ ਵਿੱਚੋਂ 15 ਘਟਾਉਣ 'ਤੇ ਉਹ ਘਟ ਕੇ 80% ਰਹਿ ਜਾਂਦੀ ਆ। ਹੁਣ ਮੇਰੀ ਇੱਕ ਗੱਲ ਦੱਸੋ ਵੀ ਜਿਹੜਾ ਪਰਸੈਂਟੇਜ ਟੋਪਿਕ ਆ ਉਸ ਦੇ ਵਿੱਚ ਜਦੋਂ ਵੀ ਕੋਈ ਰਕਮ ਅਸੀਂ ਲੈਂਦੇ ਹੈਗੇ ਆ, ਉਹ ਆਪਣੇ ਆਪ ਕਿੰਨੀ ਹੁੰਦੀ ਹੈ ਜੀ, 100 ਹੁੰਦੀ ਆ। ਇਸ ਵਿੱਚ ਉਹਨੇ ਕੀ ਕਿਹਾ ਵੀ ਉਹ ਘਟ ਕੇ 80% ਰਹਿ ਗਈ, ਮਤਲਬ 100 ਦੇ ਵਿੱਚੋਂ ਹੀ ਘਟੀ ਹੋਊਗੀ। ਠੀਕ ਹੈ ਜੀ। ਮਤਲਬ ਅਸੀਂ ਇੱਥੇ ਲਿਖ ਲੈਂਦੇ ਵੀ ਇਸ ਵੇਲੇ ਸਾਡੇ ਤੋਂ 80% ਆ। ਹੁਣ ਦੇਖੋ ਇਹ ਕਿੰਨੀ, 100 ਦੇ ਵਿੱਚੋਂ 80 ਕੱਢੀਏ ਕਿੰਨੇ ਹੁੰਦੇ ਆ ਜੀ, 20 ਬਚਦੇ ਆ, ਹੈ ਨਾ। 20 ਘਟਾਈਏ ਤਾਂ 80 ਬਚਦੇ ਆ, ਅਤੇ ਇਸ ਤਰ੍ਹਾਂ 20 ਆ ਜਾਊਗਾ। ਬਟ ਉਹ ਕੁਐਸਚਨ 'ਚ ਕਹਿ ਰਿਹਾ ਵੀ 15 ਘਟੇ ਆ। 20 ਬਰਾਬਰ ਕਿੰਨੇ ਹੋ ਜਾਊਗਾ ਜੀ, 15।
ਠੀਕ ਹੈ ਜੀ। 20 ਨੂੰ ਲਿਖ ਲਓ ਆਰ, 20 ਦੇ ਨਾਲ ਅਸੀਂ ਆਰ ਦੀ ਵੈਲਿਊ ਕੱਢਣੀ ਹੈਗੀ ਆ। ਆਰ ਬਰਾਬਰ ਹੈ 15/20, ਠੀਕ ਹੈ ਜੀ। ਗੁਣਾ ਕਰ ਦਾਂਗੇ 100 ਦੇ ਨਾਲ, 5 ਤੀਏ 15, 5 ਚੌਕਾ 20, 4 25 ਚੌਕਾ 100 ਅਤੇ 25 ਤੀਆ ਆ ਜਾਊਗਾ ਜੀ 75। ਆਰ ਦੀ ਵੈਲਿਊ ਆ ਗਈ ਸਾਡੇ ਤੋਂ ਕਿੰਨੀ ਹੈ ਜੀ 75 ਆ ਗਈ ਆ, ਠੀਕ ਹੈ ਜੀ। ਬਟ ਉਹਨੇ ਪੁੱਛਿਆ ਕੀ ਹੈਗਾ ਆ, ਉਸ ਸੰਖਿਆ ਦਾ 40% ਕਿੰਨਾ ਆ, ਮਤਲਬ ਉਹ ਸੰਖਿਆ ਅਸੀਂ ਕੱਢ ਲਈ 75 ਸੀਗੀ, ਅਤੇ ਹੁਣ ਉਹਨੇ ਪੁੱਛਿਆ ਵੀ 75 ਦਾ 40% ਕਿੰਨਾ ਹੈਗਾ ਆ ਜੀ। ਉਹ ਹੈਗਾ ਆ ਜੀ 75 ਦਾ 40%, 75 ਗੁਣਾ 40% ਇਹਦਾ ਕੱਢ ਲਾਂਗੇ, 0 ਨਾਲ 0 ਕੱਟਤੀ, ਠੀਕ ਹੈ ਜੀ। 2 ਦੂਣੀ 4 ਅਤੇ 2 ਪੰਜੇ 10, 5 ਨੂੰ 75 ਤੇ ਕੱਟੋ 15, 5 75 ਅਤੇ 15 ਦੂਣਾ 30, 30 ਜਿਹੜਾ ਕਿ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੋ ਜਾਊਗਾ ਜੀ ਆਪਸ਼ਨ 1 ਦੇ ਵਿੱਚ ਜਿਹੜਾ ਪਿਆ ਹੈਗਾ ਹੈ। ਇਸ ਤਰ੍ਹਾਂ ਇਹ ਸਵਾਲ ਹੱਲ ਕਰਨਾ ਸੀਗਾ। 6ਵਾਂ ਸਵਾਲ ਦੇਖੋ ਜੀ, ਮੋਸਟ ਇੰਪੋਰਟੈਂਟ ਸਵਾਲ ਹੈ ਜੀ ਪਰਸੈਂਟੇਜ ਦਾ, ਇਹ ਵੀ ਧਿਆਨ ਦੇ ਨਾਲ ਕਰਨਾ ਹੈਗਾ। ਇਹ ਜਿਹੜਾ ਸਵਾਲ ਹੈਗਾ ਇਹ ਬੈਸਟ ਮੈਥਡ ਦੇ ਨਾਲ ਤੁਹਾਨੂੰ ਮੈਂ ਦੱਸੂਗਾ, ਜਿਹੜਾ ਸ਼ਾਰਟ ਮੈਥਡ ਹੈਗਾ, ਠੀਕ ਹੈ ਜੀ। ਇਸ ਸਵਾਲ ਨੂੰ ਕਰਨ ਦੇ ਤਰੀਕੇ ਬਹੁਤ ਹੈਗੇ ਆ, ਬਟ ਤੁਹਾਡਾ ਜਿਹੜਾ ਪੇਪਰ ਹੈਗਾ ਹੈ ਜੀ ਉਹ ਹੁਣ ਐਨ ਸਿਰ 'ਤੇ ਹੈਗਾ ਆ, ਅਤੇ ਮੈਂ ਹੁਣ ਤਰੀਕੇ ਨਹੀਂ ਸਮਝਾਊਂਗਾ ਤੁਹਾਨੂੰ। ਸ਼ਾਰਟ ਮੈਥਡ ਦੇ ਵਿੱਚ ਤੁਹਾਨੂੰ ਦੱਸਦਾ ਹੈਗਾ, ਦੇਖੋ ਚੀਨੀ ਦੇ ਮੁੱਲ ਵਿੱਚ 17% ਦਾ ਵਾਧਾ ਹੋ ਗਿਆ। ਪਿੱਛੇ ਵੀ ਸਵਾਲ 'ਚ ਤੁਹਾਨੂੰ ਦੱਸਿਆ ਵੀ ਕੋਈ ਚੀਜ਼ ਮੰਨ ਲੈਣੀ 100 ਸੀਗੀ, ਹੁਣ ਉਹ ਰਕਮ ਦੇ ਵਿੱਚ ਕਹਿ ਰਹੇ ਆ ਵੀ 17% ਦਾ ਵਾਧਾ ਹੋਇਆ, ਮਤਲਬ ਚੀਜ਼ ਕਿੰਨੇ ਦੀ ਹੋ ਗਈ ਜੀ 117 ਦੀ ਹੋ ਗਈ ਚੀਨੀ। ਹੁਣ ਕਹਿੰਦਾ ਕੋਈ ਵੀ ਵਿਅਕਤੀ ਆਪਣੇ ਖਰਚ ਵਿੱਚ 7% ਦਾ ਵਾਧਾ ਕਰਨਾ ਚਾਹੁੰਦਾ ਹੈ, ਠੀਕ ਹੈ ਜੀ। ਪਹਿਲਾਂ 100 ਕਰਦਾ ਸੀ, ਹੁਣ ਕਰਨਾ ਚਾਹੁੰਦਾ ਹੈ ਜੀ 107 ਆ ਜਾਊਗਾ, ਠੀਕ ਹੈ ਜੀ। ਲਿਖ ਲਿਆ ਜੀ ਅਸੀਂ 107 ਦਾ ਵਾਧਾ ਕਰਨਾ ਚਾਹੁੰਦਾ ਹੈ, ਠੀਕ ਹੈ ਜੀ। ਹੁਣ ਕਹਿੰਦਾ ਹੈਗਾ ਵੀ ਉਸ ਦੀ ਖਪਤ ਵਿੱਚ ਕਿੰਨੇ ਪ੍ਰਤੀਸ਼ਤ ਦੀ ਕਮੀ ਕਰਨੀ ਹੋਵੇਗੀ। ਦੇਖੋ 100 ਦੀ ਚੀਨੀ ਪਹਿਲਾਂ 100 ਰੁਪਏ 'ਚ ਆਉਂਦੀ ਸੀ, ਉਹ 100 ਰੁਪਏ ਨਾਲ ਜਿਹੜਾ ਕਿ ਆਪਣਾ ਮੰਨ ਕੇ ਚਲੋ ਮਹੀਨੇ ਦਾ ਖਰਚ ਚੱਲਦਾ ਸੀ ਉਹਦਾ ਕੰਮ। ਹੁਣ ਚੀਨੀ ਹੋ ਗਈ 117 ਦੀ, ਬਟ ਉਹ 117 ਦੀ ਨਹੀਂ ਲੈ ਸਕਦਾ, ਉਹ ਲੈ ਸਕਦਾ ਵੀ 107 ਰੁਪਏ ਦੀ ਲੈ ਸਕਦਾ, ਠੀਕ ਹੈ ਜੀ। ਮਤਲਬ ਚੀਨੀ ਕਿਲੋ ਤਾਂ ਨਹੀਂ ਆਊਗੀ, ਥੋੜ੍ਹੀ ਘੱਟ ਆਊਗੀ। ਹੁਣ ਉਹਨੇ ਪੁੱਛਿਆ ਵੀ ਖਪਤ ਕਿੰਨੀ ਘੱਟ ਕਰਨੀ ਪਊਗੀ, ਠੀਕ ਹੈ ਜੀ, ਜਿੰਨਾ ਉਹਦਾ ਮਹੀਨਾ ਚੱਲ ਸਕੇ। ਹੁਣ ਦੇਖੋ ਕੀ ਕਰਨਾ ਹੈਗਾ, ਦੇਖੋ ਕਿੰਨੀ ਖਪਤ ਘੱਟ ਕਰਨੀ ਪਊਗੀ ਜੀ 10, ਬਟ 10 ਤਾਂ ਸਾਨੂੰ ਪਤਾ ਲੱਗ ਗਿਆ ਖਪਤ ਘੱਟ ਕਰਨੀ ਪਊਗੀ, ਬਟ ਉਹਨੇ ਪੁੱਛਿਆ ਹੈਗਾ ਪਰਸੈਂਟੇਜ ਦੇ ਵਿੱਚ। ਪਰਸੈਂਟੇਜ ਕਿੱਦਾਂ ਕੱਢਣੀ ਹੈਗੀ ਆ, 10/117 ਹਮੇਸ਼ਾ ਥੱਲੇ ਲਾਉਣਾ ਹੈਗਾ, ਠੀਕ ਹੈ ਜੀ, ਅਤੇ ਗੁਣਾ ਕਰ ਦੇਣੀ ਜੀ 100 ਨਾਲ, ਠੀਕ ਹੈ ਜੀ। ਕਿੰਨਾ ਆ ਗਿਆ 1000/117, ਅਤੇ ਇਸ ਨੂੰ ਤੁਸੀਂ ਕੀ ਕਰਨਾ ਹੈਗਾ ਜੀ, ਮੈਂ ਹੁਣ ਇਹਨੂੰ ਭਾਗ ਨਹੀਂ ਕਰੂੰਗਾ ਕਿਉਂਕਿ ਕੰਮ ਲੰਬਾ ਚੌੜਾ ਚੱਲ ਜਾਣਾ ਹੈਗਾ, ਅਤੇ ਇਹ ਸਵਾਲ ਤੁਸੀਂ ਆਪ ਹੀ ਹੱਲ ਕਰਨਾ ਹੈਗਾ, ਠੀਕ ਹੈ ਜੀ। ਇਹਦਾ 6ਵੇਂ ਸਵਾਲ ਦਾ ਜਿਹੜਾ ਆਨਸਰ ਹੈਗਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਡਿਵਾਈਡ ਕਰਕੇ ਦੱਸਣਾ ਹੈਗਾ, ਠੀਕ ਹੈ ਜੀ, ਕਿੰਨਾ ਆਉਂਦਾ ਹੈਗਾ, ਅਤੇ ਬਸ ਤਰੀਕਾ ਇਹੀ ਲੱਗਣਾ ਹੈਗਾ, ਠੀਕ ਹੈ ਜੀ। ਜਿਹਨੂੰ ਨਹੀਂ ਸਮਝ ਲੱਗਦਾ ਪਲੀਜ਼ ਦੁਬਾਰਾ ਦੇਖ ਲੈ, ਜ਼ਰੂਰ ਸਮਝ ਆ ਜਾਏਗਾ ਉਸ ਨੂੰ। 7ਵਾਂ ਸਵਾਲ ਦੇਖੋ ਜੀ, ਪ੍ਰੋਫਿਟ ਐਂਡ ਲੋਸ ਦਾ ਸਵਾਲ ਹੈਗਾ ਹੈ ਜੀ। ਅਮਿਤ ਆਪਣੀ ਘੜੀ 1140 ਵਿੱਚ ਵੇਚ ਕੇ 5% ਦੀ ਹਾਨੀ ਉਠਾਉਂਦਾ ਹੈ, ਮਤਲਬ ਘੜੀ ਉਹਨੇ ਵੇਚੀ, ਮਤਲਬ SP, ਠੀਕ ਹੈ ਜੀ। ਵੇਚ ਮੁੱਲ ਕਹਿੰਦੇ ਹੈਗੇ SP ਨੂੰ, ਸੈਲਿੰਗ ਪ੍ਰਾਈਸ ਕਿੰਨਾ ਸੀਗਾ ਜੀ 1140 'ਚ ਉਹਨੇ ਵੇਚਤੀ, ਉਹਨੂੰ ਹਾਨੀ ਕਿੰਨੇ ਦੀ ਹੋਈ ਜੀ 5% ਦੀ। ਮਤਲਬ ਜਦੋਂ ਹੁਣ ਅਸੀਂ ਉਸ ਦਾ CP ਕੱਢਣਾ ਆ, CP ਹੁੰਦਾ ਜੀ ਉਹਦਾ ਅਸਲੀ ਰੇਟ ਕਿੰਨਾ ਆ, ਠੀਕ ਹੈ ਜੀ। ਲਿਖੋ 1140 ਗੁਣਾ ਹਾਨੀ ਕਿੰਨੇ ਦੀ ਹੋਈ ਜੀ ਉਹਨੂੰ ਹੋਈ ਹੈ ਜੀ 5% ਦੀ। ਮਤਲਬ ਜਦੋਂ ਅਸੀਂ CP ਕੱਢਣਾ ਆ ਤਾਂ ਉਦੋਂ 100 ਬਟੇ ਦੇ ਵਿੱਚ ਉੱਪਰ ਆਵੇਗਾ, ਹਾਨੀ ਹੋਈ ਜੀ 5% ਦੀ, ਮਤਲਬ 95 ਲਿਖ ਲਓ, ਠੀਕ ਹੈ ਜੀ। ਕੱਟੋ ਇਹਨੂੰ, ਇਸ ਨੂੰ ਹੱਲ ਕਰਕੇ ਸਾਡਾ ਕੀ ਆ ਜਾਊਗਾ ਜੀ ਆਰੰਭਿਕ ਮੁੱਲ ਆ ਜਾਊਗਾ, ਜਿਹੜਾ ਇਹਦਾ ਰੇਟ ਆ ਚੀਜ਼ ਦਾ ਉਹ ਆ ਜਾਊਗਾ। ਦੇਖੋ 100 ਨੂੰ ਕੱਟੋ 5 ਤੇ ਕੱਟੋ 20 ਪੰਜਾ 100 ਅਤੇ 19 5 95, 19 ਨੂੰ ਕੱਟੋ ਜੀ 6 ਦੇ ਨਾਲ, 19 5 95, 19 ਛਿਕਾ 114, 60 ਆ ਜਾਊਗਾ। 20 ਅਤੇ 60 ਦੀ ਗੁਣਾ ਕਰੋ, 6 ਦੂਣੀ 12, ਠੀਕ ਹੈ ਜੀ। 1200 ਸਾਡੇ ਤੋਂ ਕੀ ਆਇਆ ਵੀ ਉਹ ਚੀਜ਼ ਦੀ ਕੀਮਤ ਆ ਗਈ ਆ, ਮਤਲਬ ਕੋਈ ਚੀਜ਼ 1200 ਦੀ ਸੀਗੀ, ਵੇਚੀ ਉਹ 1140 ਦੀ ਆ, ਅਤੇ ਉਹਨੂੰ 5% ਦੀ ਹਾਨੀ ਹੋਈ, ਠੀਕ ਹੈ ਜੀ। ਇੱਥੇ ਤੱਕ ਸਾਡਾ ਸਵਾਲ ਕੰਪਲੀਟ ਹੁੰਦਾ। ਹੁਣ ਅੱਗੇ ਪੜ੍ਹੋ, ਉਹ ਘੜੀ ਨੂੰ ਕਿੰਨੇ ਰੁਪਏ ਵਿੱਚ ਵੇਚੇ, ਮਤਲਬ ਘੜੀ ਹੈ ਕਿੰਨੇ ਦੀ 1200 ਰੁਪਏ ਦੀ, ਠੀਕ ਹੈ ਜੀ, ਤਾਂ ਉਹਨੂੰ 5% ਦਾ ਲਾਭ ਹੋਵੇ। 5% ਦਾ ਲਾਭ ਮਤਲਬ 105 ਲਿਖ ਲਓ, ਅਤੇ ਬਚਾ ਬਟਾ 100 ਆ ਜਾਏਗਾ, ਠੀਕ ਹੈ ਜੀ। ਹੁਣ ਦੇਖੋ ਇੱਥੇ ਬਟਾ ਮੈਂ ਥੱਲੇ 100 ਲਾਇਆ, ਕਿਉਂ ਲਾਇਆ, ਕਿਉਂਕਿ ਉਹਨੇ ਲਿਖਿਆ ਇੱਥੇ ਸਪੈਸ਼ਲ ਕਿ ਵੇਚੇ ਕਿੰਨੇ ਰੁਪਏ ਦੇ ਵੇਚੇ, ਠੀਕ ਹੈ। ਜਦੋਂ ਵੇਚ ਮੁੱਲ ਕੱਢਣਾ ਫਿਰ ਬਟਾ 100 ਥੱਲੇ ਆਊਗਾ, ਠੀਕ ਹੈ। 0 ਨਾਲ 0 ਕੱਟੋ, 1200 ਦੀ ਕੱਟਤੀ ਜੀ। ਹੁਣ 105 ਨੂੰ ਜਿਹੜੀ ਕਿ 12 ਦੇ ਨਾਲ ਗੁਣਾ ਕਰੋ, ਕਿੰਨਾ ਆਊਗਾ 2 ਪੰਜੇ 10 ਆ ਜਾਊਗਾ ਜੀ, 1 ਆਊਗਾ ਹਾਸਲ, ਠੀਕ ਹੈ ਜੀ। ਇੱਥੇ ਕੱਢ ਲੈਂਦੇ ਅਸੀਂ 105 ਨੂੰ 12 ਦੇ ਨਾਲ ਗੁਣਾ ਕਰੋ, 5 ਦੂਣੀ 10, 2 1 2 0 1 5 ਆ ਜਾਊਗਾ ਜੀ, 1 0 1, ਠੀਕ ਹੈ ਜੀ।
ਹੁਣ ਇੱਥੇ ਕੀ ਆਊਗਾ ਜੀ 0 ਆ ਜੂਗੀ, 5 ਤੇ 1 6 ਆ ਜੂ, 2 1260 1260 ਆਪਸ਼ਨ 2 ਦੇ ਵਿੱਚ ਜਿਹੜਾ ਕਿ ਹੈਗਾ ਆ ਇਹ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੋ ਜਾਵੇਗਾ। ਠੀਕ ਆ ਜੀ। ਅਗਲਾ ਸਵਾਲ ਦੇਖੋ 8ਵਾਂ ਸਵਾਲ ਹੈ ਜੀ। ਆਹ ਸਵਾਲ ਗਰੰਟੀ ਆ ਬਹੁਤੇ ਬੱਚੇ ਗਲਤ ਕਰਨਗੇ। ਠੀਕ ਹੈ ਜੀ। ਹੈ ਕੀ ਆ ਸਵਾਲ, ਕੱਖ ਵੀ ਹੈ ਨਹੀਂ। ਇੱਕ ਦੁਕਾਨਦਾਰ 20% ਹਾਨੀ ਵੇਚਮਾਲ ਉੱਤੇ ਗਿਆਤ ਕਰਦਾ। ਇੱਥੇ ਹੀ ਸਵਾਲ ਗੇਮ ਪਾ ਦਿੰਦਾ। ਠੀਕ ਹੈ ਜੀ। ਕਰਨਾ ਕਿੱਦਾਂ ਹੈਗਾ ਜੀ, ਦੇਖੋ ਪਹਿਲਾਂ ਕੀ ਲਿਖੋ CP ਲਿਖ ਲਓ, ਫਿਰ ਲਿਖ ਲਓ ਜੀ SP। ਮਤਲਬ CP ਸੈਲਿੰਗ ਪ੍ਰਾਈਸ, ਆਪਣਾ ਕੋਸਟ ਪ੍ਰਾਈਸ, CP SP ਹੁੰਦਾ ਜੀ ਸੈਲਿੰਗ ਪ੍ਰਾਈਸ। ਹੁਣ ਉਹ ਕੀ ਕਹਿ ਰਿਹਾ ਵੀ 20% ਹਾਨੀ ਹੋਈ ਆ, ਚੀਜ਼ ਵੇਚੀ ਆ, ਵੇਚ ਮੁੱਲ ਤੇ ਹੋਈ ਆ 20% ਦੀ ਹਾਨੀ। ਠੀਕ ਹੈ ਜੀ। ਇਹਦਾ ਮਤਲਬ ਇੱਥੇ ਰਕਮ ਆਊਗੀ 100 ਤੇ ਇਹਦਾ ਮੁੱਲ ਆਊਗਾ ਜੀ 120। ਠੀਕ ਹੈ ਜੀ। ਮਤਲਬ 120 ਦੀ ਚੀਜ਼ ਸੀਗੀ, ਉਹਨੂੰ 100 'ਚ ਵੇਚਿਆ ਤਾਂ ਉਹਨੂੰ 20% ਦੀ ਹਾਨੀ ਹੋਈ ਆ। ਠੀਕ ਹੈ ਜੀ। ਜਿਸ ਤਰ੍ਹਾਂ ਉਹਨੇ ਸਵਾਲ ਦੇ ਵਿੱਚ ਕਿਹਾ। ਹੁਣ ਅੱਗੇ ਕਹਿੰਦਾ ਵੀ ਉਸ ਦਾ ਵਾਸਤਵਿਕ ਹਾਨੀ ਪ੍ਰਤੀਸ਼ਤ ਕੱਢਣਾ। ਹਾਨੀ ਹੋਈ ਕਿੰਨੇ ਦੀ ਹੈ ਜੀ, 20 ਰੁਪਏ ਦੀ। ਠੀਕ ਹੈ ਜੀ। ਮਤਲਬ 120 ਦੇ ਵਿੱਚੋਂ 100 ਕੱਢੋ 20 ਆਉਂਦੇ ਆ, ਬਟ ਉਹਨੇ ਪੁੱਛਿਆ ਵੀ ਹਾਨੀ ਪ੍ਰਤੀਸ਼ਤ ਕੱਢਣਾ ਹੈਗਾ ਜੀ, ਉਹ ਕਿੰਨਾ ਆਵੇਗਾ। ਦੇਖੋ ਜਦੋਂ ਵੀ ਹਾਨੀ ਜਾਂ ਲਾਭ ਕੱਢਿਆ ਜਾਂਦਾ ਹੈਗਾ ਉਹ CP ਦੇ ਉੱਪਰ ਕੱਢਿਆ ਜਾਂਦਾ, 20/120 ਗੁਣਾ 100। ਠੀਕ ਹੈ ਜੀ। ਤੁਹਾਨੂੰ ਮੈਂ 120 ਥੱਲੇ ਤਾਂ ਲਿਖੇ ਕਿਉਂਕਿ ਜਦੋਂ ਵੀ ਲਾਭ ਤੇ ਹਾਨੀ ਕੱਢਿਆ ਜਾਂਦਾ ਉਹ CP ਦੇ ਉੱਪਰ ਕੱਢਿਆ ਜਾਂਦਾ ਆ, ਕੋਸਟ ਪ੍ਰਾਈਸ ਦੇ ਉੱਪਰ ਕੱਢਿਆ ਜਾਂਦਾ। ਹੁਣ ਇਸ ਨੂੰ ਕੱਟ ਦਿਓ, 0 ਦੇ ਨਾਲ 0 ਕੱਟ ਦਿਓ, 2 6 12, ਮਤਲਬ 100/6 ਆ ਗਿਆ। ਇਹਨੂੰ ਕੱਟੋ, 2 ਤੀਆ 6 ਤੇ 50/3 ਆ ਗਿਆ। 50/3 ਕਿਹੜੀ ਆਪਸ਼ਨ ਦੇ ਵਿੱਚ ਹੈਗਾ ਜੀ, ਆਪਸ਼ਨ 3 ਦੇ ਵਿੱਚ। ਇਸ ਸਵਾਲ ਦਾ ਜਿਹੜਾ ਕਿ ਬਿਲਕੁਲ ਰਾਈਟ ਜਵਾਬ ਹੈਗਾ। ਠੀਕ ਹੈ ਜੀ। 9ਵਾਂ ਸਵਾਲ ਦੇਖੋ। ਦੇਖੋ ਆ ਗਿਆ ਜੀ ਸਿੰਪਲ ਇੰਟਰਸਟ। ਠੀਕ ਹੈ। ਵਿਆਜ ਵਾਲਾ ਸਵਾਲ। 5 ਸਾਲ ਦੇ ਅੰਤ ਵਿੱਚ 15,000 ਦੀ ਰਾਸ਼ੀ। ਦੇਖੋ ਸਾਡੇ ਤੋਂ ਜਿਹੜਾ ਪ੍ਰਿੰਸੀਪਲ ਆ ਜਾਂ ਮੂਲਧਨ ਹੈਗਾ ਜੀ ਉਹ ਕਿੰਨਾ ਹੈਗਾ ਹੈ ਜੀ, P ਲਿਖ ਲਓ 15,000। ਠੀਕ ਹੈ ਜੀ। ਸਾਡੇ ਕੋਲ ਜਿਹੜਾ ਵਿਆਜ ਦੇ ਤਾ ਉਹਨੇ ਉਹ ਕਿੰਨਾ ਹੈਗਾ ਜੀ, ਉਹ ਹੈਗਾ ਜੀ 9750। ਅਤੇ ਸਾਡੇ ਤੋਂ ਦਰ ਕਿੰਨੀ ਹੈਗੀ ਹੈ ਜੀ, 3। ਠੀਕ ਹੈ। ਦੇਖਿਓ ਇੱਥੇ 3% ਘੱਟ ਹੋਵੇ। ਠੀਕ ਹੈ ਜੀ। ਦਰ 3 ਨਹੀਂ ਹੋ, ਸਗੋਂ ਉਹਨੇ ਘੱਟ ਪੁੱਛਿਆ ਆ। ਠੀਕ ਹੈ ਜੀ। ਦੇਖੋ 5 ਸਾਲ ਦੀ ਰਕਮ ਲੱਗੀ ਆ। ਠੀਕ ਆ। ਹੁਣ ਉਹ ਪ੍ਰਸ਼ਨ 'ਚ ਕਹਿ ਰਿਹਾ ਜੇਕਰ ਵਿਆਜ ਦੀ ਦਰ 3% ਘੱਟ ਹੋਵੇ। ਠੀਕ ਆ ਜੀ। ਮਤਲਬ 3 ਦਰ ਆ, 5 ਸਾਲ ਲੱਗੀ ਆ, ਕਿੰਨੇ ਘੱਟ ਗਏ ਜੀ, 15%। ਠੀਕ ਹੈ ਜੀ। 15% ਘੱਟ ਗਈ ਅਤੇ 15% ਵਿਆਜ ਜਿਹੜਾ ਉਹ ਘੱਟ ਲੱਗੇਗਾ। ਅਤੇ 15,000 ਦਾ 15% ਕੱਢੋ। ਠੀਕ ਹੈ ਜੀ। ਇਹਨਾਂ 0 ਨਾਲ 0 ਕੱਟਤੀ। ਠੀਕ ਹੈ ਜੀ। ਬਚ ਗਿਆ 150 ਗੁਣਾ 15, 15 15 225, 2250 ਜਿਹੜਾ ਕਿ ਸਾਡੇ ਤੋਂ ਵਿਆਜ ਆ ਜਾਊਗਾ। ਹੁਣ ਉਸਨੇ ਪੁੱਛਿਆ ਹੈਗਾ ਵੀ 3% ਜੇ ਦਰ, ਅਗਰ ਦਰ ਪੂਰੀ ਆ ਫਿਰ ਤਾਂ ਸਾਡੇ ਤੋਂ ਵਿਆਜ ਲੱਗ ਰਿਹਾ 9750। ਅਗਰ ਹੁਣ ਉਹਨੇ ਪੁੱਛਿਆ ਵੀ 3% ਦਰ ਘੱਟ ਹੋਵੇ ਫਿਰ ਕਿੰਨਾ ਵਿਆਜ ਲੱਗੇਗਾ। ਹੁਣ ਕੁਛ ਨਹੀਂ ਕਰਨਾ, ਸਵਾਲ ਨਿਕਲ ਚੁੱਕਾ ਆ। 9750 ਦੇ ਵਿੱਚੋਂ 2200 ਜਿਹੜੇ ਕਿ 50 ਕੱਟ ਦਿਓ, 0 ਆ ਜਾਏਗੀ ਐਂਡ 'ਤੇ। ਠੀਕ ਹੈ ਜੀ। 7 ਵਿੱਚ 2 ਕੱਢੇ 5 ਅਤੇ 9 ਵਿੱਚ 2 ਕੱਢੇ 7, ਜਿਹੜਾ ਕਿ 7500 ਆ ਜਾਊਗਾ। 7500 ਆਪਸ਼ਨ ਸ਼ਾਇਦ 4 ਹੈਗੀ ਆ, ਜਿਹੜਾ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈਗਾ। ਆਹ ਦੇਖੋ ਜੀ, ਇਸ ਤਰ੍ਹਾਂ ਇਹ ਸਵਾਲ ਕੱਢਣਾ ਸੀਗਾ। ਅਗਲਾ ਸਵਾਲ ਹੈਗਾ ਜੀ 10ਵਾਂ ਸਵਾਲ। ਮੋਸਟ ਇੰਪੋਰਟੈਂਟ ਸਵਾਲ ਆ। ਬਹੁਤੇ ਸਾਰੇ ਜਿਹੜੇ YouTube 'ਤੇ ਪੜ੍ਹਾਉਂਦੇ ਫਿਰਦੇ ਹੈਗੇ ਆ ਉਹ ਸਿਰਫ ਤੁਹਾਨੂੰ LCM ਕਰਾਉਂਦੇ ਹੈਗੇ ਆ। ਕਿਹੜਾ ਸਿਰਫ ਜਿੱਦਾਂ 6 ਦਾ, 8 ਦਾ, 9 ਦਾ, ਇਹ ਸਿੰਪਲ। ਬਟ ਇਹ ਜਿਹੜੇ ਜ਼ਮਾਨੇ ਗਏ ਹੈਗੇ ਆ। ਠੀਕ ਹੈ ਜੀ। ਸਵਾਲ ਜਿਹੜਾ ਪੁੱਛਿਆ ਜਾ ਸਕਦਾ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਪੁਆਇੰਟਾਂ ਦੇ ਵਿੱਚ। ਠੀਕ ਹੈ ਜੀ। ਅੱਧੇ ਬੱਚਿਆਂ ਨੂੰ ਇਹ ਸਵਾਲ ਨਹੀਂ ਆਉਂਦਾ ਹੋਊਗਾ, ਮੈਂ ਗਾਰੰਟੀ ਲੈਂਦਾ ਇਹਦੀ। ਠੀਕ ਹੈ ਜੀ। ਅਤੇ ਹੁਣ ਇਹ ਕੱਢਣਾ ਕਿੱਦਾਂ ਆ, ਇਹ ਤੁਸੀਂ ਧਿਆਨ ਨਾਲ ਮੇਰੇ ਤੋਂ ਸਿੱਖਣਾ ਹੈਗਾ ਪੁਆਇੰਟ ਵਾਲੀ ਰਕਮ ਦਾ। ਪਹਿਲਾਂ ਤਾਂ ਇਹਨਾਂ ਨੂੰ ਜੀ ਲਿਖ ਲਓ, ਇੱਥੇ 1.4 ਆ, 0.7 ਆ ਅਤੇ 0.35 ਹੈ। ਠੀਕ ਹੈ ਜੀ। ਦੇਖੋ ਸਿੰਪਲ ਜੀ ਗੱਲ ਹੈਗੀ ਆ, ਪੁਆਇੰਟ ਤੋਂ ਬਾਅਦ 35 ਦੇ ਵਿੱਚ ਕਿੰਨੇ ਅੱਖਰ ਆਉਂਦੇ ਆ, 2 ਆਉਂਦੇ ਆ ਨਾ। ਬਾਕੀ ਇਹਨਾਂ ਰਕਮਾਂ ਦੇ ਵਿੱਚ ਕੀ ਇੱਕ ਅੱਖਰ ਆਉਂਦਾ ਪੁਆਇੰਟ ਤੋਂ ਬਾਅਦ। ਅਸੀਂ ਇਹਨਾਂ ਨੂੰ ਬਰਾਬਰ ਕਰਨਾ ਹੈਗਾ। ਠੀਕ ਹੈ ਜੀ। ਪੁਆਇੰਟ ਤੋਂ ਬਾਅਦ ਇਹਦੇ 0 ਲਾ ਦਿਓ, ਇਹਦੇ ਵੀ 0 ਲਾ ਦਿਓ। ਹੁਣ ਦੇਖੋ 1.40, 0.70, 0.35 ਜਿਹੜੇ ਕਿ ਪੁਆਇੰਟ ਤੋਂ ਬਾਅਦ ਅੱਖਰ ਹੈਗੇ ਆ ਬਰਾਬਰ ਹੋ ਚੁੱਕੇ ਹੈਗੇ ਆ। ਠੀਕ ਹੈ ਜੀ। ਹੁਣ ਕੀ ਕਰਨਾ ਹੈਗਾ ਆ, ਹੁਣ ਇਹਨਾਂ ਨੂੰ ਕਰੋ ਜੀ, ਇਹਨਾਂ ਦੇ ਪੁਆਇੰਟ ਹਟਾ ਕੇ ਥੱਲੇ 100 ਲਾ ਦਿਓ। 140/100। ਠੀਕ ਹੈ ਜੀ। 70/100 ਆ ਜਾਏਗਾ। ਫਿਰ ਆ ਜਾਏਗਾ ਜੀ 35/100। ਹੁਣ ਥੱਲੇ ਵਾਲੇ 100 ਨੂੰ ਨਹੀਂ ਛੇੜਨਾ ਹੈਗਾ, ਉੱਪਰ ਵਾਲੀਆਂ 140, 70 ਦਾ ਅਤੇ 35 ਦਾ ਤੁਸੀਂ LCM ਲੈ ਲੈਣਾ ਹੈਗਾ ਹੈ ਜੀ। ਦੇਖੋ 70 ਦੂਣਾ 140 ਹੁੰਦੇ ਆ ਅਤੇ 35 ਦੇ ਪਹਾੜੇ ਦੇ ਵਿੱਚ ਵੀ ਜਿਹੜੇ 140 ਆਉਂਦੇ ਹੈਗੇ ਆ। ਇਸ ਤਰ੍ਹਾਂ LCM ਕਿੰਨਾ ਹੋ ਜਾਊਗਾ ਜੀ, 140 ਅਤੇ ਥੱਲੇ 100 ਆ ਜੀ, 100 ਦਾ 100 ਆ ਜਾਏਗਾ। ਠੀਕ ਹੈ ਜੀ। 100 ਦਾ 100 LCM 100 ਹੀ ਹੁੰਦਾ ਆ। ਅਤੇ ਹੁਣ ਇਸ ਨੂੰ ਕੱਟ ਦਿਓ,
0 ਨਾਲ 0 ਕੱਟਦੀ, ਥੱਲੇ 1 0 ਬਚੀ, ਇਹਦੇ 'ਚ ਆ ਜਾਏਗਾ ਜੀ ਪੁਆਇੰਟ। ਇਸ ਲਈ ਜਿਹੜਾ ਬਿਲਕੁਲ ਰਾਈਟ ਜਵਾਬ ਆ ਗਿਆ ਜੀ 1.4। ਇਸ ਸਵਾਲ ਦਾ ਜਿਹੜਾ ਕਿ ਬਿਲਕੁਲ ਰਾਈਟ ਜਵਾਬ ਹੈਗਾ ਆਪਸ਼ਨ 3 ਦੇ ਵਿੱਚ ਜਿਹੜਾ ਕਿ ਪਿਆ ਹੈਗਾ। ਠੀਕ ਆ ਜੀ। ਇਸ ਤਰ੍ਹਾਂ ਇਹ ਪੁਆਇੰਟ ਦਾ ਐਲਸੀਐਮ ਕਰਨਾ ਸੀਗਾ। ਅਤੇ ਅੱਗੇ ਆ ਜਾਓ ਜੀ 11ਵਾਂ ਸਵਾਲ। ਦੇਖੋ ਪਾਰਟਨਰਸ਼ਿਪ ਦਾ ਜਿਹੜਾ ਪ੍ਰਸ਼ਨ ਆ ਉਹ ਕੱਲ੍ਹ ਪੇਪਰ ਦੇ ਵਿੱਚ ਆਇਆ ਸੀ। ਠੀਕ ਹੈ ਜੀ। ਮੈਂ ਉਮੀਦ ਕਰਦਾ ਇਹੋ ਜਿਹਾ ਸਵਾਲ ਹੀ ਤੁਹਾਨੂੰ ਅੱਗੇ ਦੇਖਣ ਨੂੰ ਮਿਲੂਗਾ, ਇਸ ਤੋਂ ਉੱਪਰ ਲੈਵਲ ਵਾਲਾ ਨਹੀਂ ਆਵੇਗਾ। ਇਹ ਕਿੱਦਾਂ ਕਰਨਾ ਹੈਗਾ ਇਹ ਵੀ ਸਿੱਖ ਲਓ। ਦੇਖੋ ਕਹਿੰਦਾ ਏ ਨੇ ਇੱਕ ਵਪਾਰ ਦੀ ਸ਼ੁਰੂਆਤ ਕੀਤੀ ਆ। ਠੀਕ ਹੈ ਜੀ। ਏ ਨੇ ਇੱਕ ਵਪਾਰ ਦੀ ਸ਼ੁਰੂਆਤ ਕੀਤੀ 45,000 ਦੀ ਪੂੰਜੀ ਨਾਲ। ਮੰਨ ਲਓ ਇੱਥੇ ਲਿਖ ਲਓ ਜੀ ਏ, ਅਤੇ ਹੈ ਨਾ ਉਹਨੇ ਕਿੰਨਾ ਰੁਪਈਆ ਲਾ ਦਿੱਤਾ ਜੀ 45,000 ਰੁਪਈਆ ਲਾ ਦਿੱਤਾ ਆ। ਠੀਕ ਹੈ ਜੀ। ਇਸ ਤਰ੍ਹਾਂ ਬੀ ਜਿਹੜਾ ਆ ਕੁਝ ਸਮੇਂ ਬਾਅਦ 30,000 ਨਿਵੇਸ਼ ਕਰਕੇ ਉਸ ਵਪਾਰ ਵਿੱਚ ਸ਼ਾਮਲ ਹੋ ਗਿਆ। ਇੱਥੇ ਅਸੀਂ ਬੀ ਦੇ ਪੈਸੇ ਲਿਖ ਲੈਂਦੇ ਹਾਂ 30,000, ਅਤੇ ਇਹ ਵੀ ਸ਼ਾਮਲ ਹੋ ਗਿਆ। ਕੁੱਲ ਜਿਹੜਾ 1 ਸਾਲ ਤੱਕ ਵਪਾਰ ਲੱਗਾ। ਮਤਲਬ ਹੁਣ ਦੇਖੋ ਪਹਿਲਾਂ ਕੀ ਕਰਨਾ ਹੈਗਾ, ਇਹਨਾਂ ਰਕਮਾਂ ਨੂੰ ਕੱਟ ਲਓ। ਠੀਕ ਹੈ ਜੀ। ਰਕਮਾਂ ਛੋਟੀ ਹੋ ਜਾਣਗੀਆਂ ਅਤੇ ਜਿਹਨਾਂ ਕੈਲਕੂਲੇਸ਼ਨ ਘੱਟ ਜਾਏਗੀ। ਦੇਖੋ 0 ਨਾਲ 0 ਕੱਟ ਦਿਓ, 3 0 ਕੱਟ ਹੋ ਗਈਆਂ, 45 ਅਤੇ 30 ਰਹਿ ਗਿਆ। ਇਹ 15 ਦੇ ਪਹਾੜੇ 'ਚ ਕੱਟ ਹੋ ਜਾਊਗਾ, 15 ਤੀਆ 45 ਅਤੇ 15 ਦੂਣਾ 30। ਹੁਣ ਅੱਗੇ ਕੀ ਕਹਿੰਦਾ ਹੈਗਾ ਆ 1 ਸਾਲ ਦੇ ਅੰਤ ਵਿੱਚ 3:1 ਦਾ ਲਾਭ ਹੋਇਆ। ਠੀਕ ਹੈ ਜੀ। ਕਿੱਦਾਂ ਕਰਨਾ ਹੁਣ, ਜਿਹੜਾ ਆਪਣਾ ਇਹਨਾਂ ਦਾ ਇੱਥੇ ਟਾਈਮ ਲਿਖ ਦਿਓ। ਟਾਈਮ ਜਿਹੜਾ ਏ ਨੇ ਲਾਇਆ ਉਹਨੇ ਤਾਂ ਪੂਰਾ 12 ਮਹੀਨੇ ਲਾਇਆ, ਬਟ ਜਿਹੜਾ ਬੀ ਆ ਉਹਨੇ ਸਿਰਫ ਟਾਈਮ ਸਾਨੂੰ ਪਤਾ ਨਹੀਂ ਕਿੰਨਾ ਲਾਇਆ, ਇਹ ਪਤਾ ਕਰਨਾ। ਇੱਥੇ ਅਸੀਂ ਸਿਰਫ ਟੀ ਲਿਖ ਲਈ ਆ। ਅਤੇ ਇਹਨਾਂ ਨੂੰ ਜਿਹੜਾ ਪ੍ਰੋਫਿਟ ਹੋਇਆ ਉਹ ਕਿੰਨੇ ਅਨੁਪਾਤ ਦੇ ਵਿੱਚ ਹੋਇਆ ਜੀ 3:1 ਦੇ ਵਿੱਚ ਹੋਇਆ। ਠੀਕ ਹੈ ਜੀ। ਉਹ ਵੀ ਅਸੀਂ ਥੱਲੇ ਲਿਖ ਲੈਂਦੇ ਹੈਗੇ ਆ। ਇਸ ਤਰ੍ਹਾਂ ਲਿਖ ਲਿਆ। ਹੁਣ ਕੀ ਕਰਨਾ ਹੈਗਾ, ਇਹਨਾਂ ਦੀ ਗੁਣਾ ਕਰੋ ਜੀ। ਠੀਕ ਹੈ ਜੀ। 12 ਤੀਆ ਕਿੰਨਾ ਹੋ ਜਾਊਗਾ ਜੀ 36। ਠੀਕ ਹੈ ਜੀ। ਬਟਾ ਅਤੇ 2 ਦੀ ਗੁਣਾ ਕਰ ਦਿਓ ਜੀ 2T, ਅਤੇ ਬਰਾਬਰ ਕਰ ਦਿਓ ਜੀ ਇਹਨਾਂ ਦਾ ਲਾਭ 3:1। ਠੀਕ ਹੈ ਜੀ। ਇਹਨਾਂ ਦੀ ਤਿਰਛੀ ਗੁਣਾ ਕਰੋ, 36 ਦਾ 36 ਆ ਜਾਏਗਾ ਜੀ, 2 ਤੀਏ ਆ ਜਾਊਗਾ ਜੀ 6। ਠੀਕ ਹੈ ਜੀ। 6T ਆ ਗਿਆ। ਟੀ ਨੂੰ ਇੱਧਰ ਰਹਿਣ ਦਿਓ, 36 ਬਟਾ ਕਿੰਨਾ ਆ ਜਾਊਗਾ ਜੀ 6। 6 ਨਾਲ ਕੱਟ ਦਿਓ ਜੀ 6 ਛਿਕਾ 36। ਅਤੇ ਜਿਹੜਾ 6 ਮਹੀਨੇ ਜਿਹੜਾ ਕਿ ਬਾਅਦ ਜਿਹੜਾ ਬੀ ਹੈਗਾ ਉਹ ਵਪਾਰ ਦੇ ਵਿੱਚ ਸ਼ਾਮਲ ਹੋਇਆ ਸੀਗਾ। ਆਪਸ਼ਨ 1 ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈਗਾ। ਠੀਕ ਹੈ ਜੀ। ਇਸ ਤਰ੍ਹਾਂ ਇਹ ਸਵਾਲ ਕਰਨਾ ਹੈਗਾ ਆ। ਇਹਦੇ ਨਾਲ ਰਲਦੇ ਮਿਲਦੇ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਜਿੰਨੇ ਵੀ ਸਵਾਲ ਹੈਗੇ ਆ ਇਸੇ ਤਰੀਕੇ ਦੇ ਨਾਲ ਕੱਢੋ, ਅਤੇ ਤੁਹਾਨੂੰ ਉਮੀਦ ਆ ਵੀ ਪੱਕਾ ਪੇਪਰ ਦੇ ਵਿੱਚ ਜਿਹੜੀ ਕਾਮਯਾਬੀ ਮਿਲੇਗੀ। ਠੀਕ ਹੈ ਜੀ। 12ਵਾਂ ਸਵਾਲ 'ਤੇ ਆ ਜਾਓ ਹੁਣ। ਦੇਖੋ ਕੀ ਸਵਾਲ ਹੈਗਾ ਜੀ, 3 ਸੰਖਿਆ ਆ 1/2। ਠੀਕ ਹੈ ਜੀ। 2/3 ਅਤੇ 3/4 ਅਨੁਪਾਤ ਦਾ ਸਵਾਲ ਹੈ, ਰੇਸ਼ੋ ਦਾ ਸਵਾਲ ਹੈਗਾ। ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਸੰਖਿਆ ਦਾ ਅੰਤਰ ਹੈਗਾ ਜੀ 27। ਛੋਟੀ ਸੰਖਿਆ ਗਿਆਤ ਕਰਨੀ ਹੈਗੀ ਆ। ਦੇਖੋ ਸਾਰਿਆਂ ਨਾਲੋਂ ਪਹਿਲਾਂ ਹੀ ਕਰਨਾ ਇਹਨਾਂ ਰਕਮਾਂ ਦਾ ਤੁਸੀਂ ਐਲਸੀਐਮ ਲੈ ਲੈਣਾ ਥੱਲੇ ਵਾਲੀਆਂ ਦਾ। ਦੇਖੋ ਕਿੰਨਾ ਹੋਊਗਾ ਜੀ ਐਲਸੀਐਮ 4 ਦੂਣੀ 8 ਅਤੇ 4 ਤੀਆ 12 ਐਲਸੀਐਮ ਹੋ ਜਾਊਗਾ। ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ ਹੈਗਾ ਆ, ਇਹਨੂੰ ਕੱਟੋ 2 ਛੀਕੇ 12 ਅਤੇ 1 ਨਾਲ ਗੁਣਾ ਕਰੋ 6 ਆ ਗਿਆ ਜੀ। ਫਿਰ 3 ਚੌਕੇ 12 ਅਤੇ 4 ਦੂਣੀ 8 ਆ ਜਾਊਗਾ। ਠੀਕ ਹੈ ਜੀ। 4 ਨੂੰ 12 ਨਾਲ ਭਾਗ ਕਰੋ, 4 ਤੀਏ 12, 3 ਆਇਆ ਸੀ 3 ਨੂੰ 3 ਦੇ ਨਾਲ ਗੁਣਾ ਕੀਤਾ ਜੀ 9 ਆ ਜਾਊਗਾ। ਦੇਖੋ ਸਾਡੇ ਤੋਂ ਅਨੁਪਾਤ ਕਿੰਨਾ ਆ ਗਿਆ 6:8:9। ਹੁਣ ਉਹਨੇ ਕੀ ਕਿਹਾ ਜਿਹੜੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਜੀ 6 ਆ। ਠੀਕ ਹੈ ਜੀ। ਇੱਥੇ ਲਿਖ ਲੈਂਦੇ 6 ਹੈਗੀ ਆ, ਅਤੇ ਸਭ ਤੋਂ ਵੱਡੀ ਸੰਖਿਆ ਹੈਗੀ ਆ ਜੀ 9। ਠੀਕ ਹੈ ਜੀ। ਹੁਣ ਕਹਿੰਦਾ ਹੈਗਾ ਵੀ ਇਹਨਾਂ ਦਾ ਅੰਤਰ ਕਿੰਨਾ ਦੇ ਦਿੱਤਾ ਵੀ 27 ਆ। ਅੰਤਰ ਹੈ ਤਾਂ ਹੈਗਾ ਜੀ 3, 27/3 ਕਰ ਦਿਓ, 3 ਨਾਮ 27। ਹੁਣ ਛੋਟੀ ਸੰਖਿਆ ਕਿੰਨੀ ਹੈ ਜੀ, ਛੋਟੀ ਸੰਖਿਆ ਆਪਣੇ ਤੋਂ ਆ ਜਾਊਗੀ ਜੀ, ਛੋਟੀ ਸੰਖਿਆ ਗਿਆਤ ਕਰੋ। ਠੀਕ ਹੈ ਜੀ। ਇੱਥੇ ਥੋੜ੍ਹੀ ਗੜਬੜੀ ਹੋ ਗਈ ਆ, ਦੁਬਾਰਾ ਦੇਖ ਲੈਂਦੇ ਆ ਸਵਾਲ।